10 ਸਾਲ ਜਵਾਨ ਕਿਸੇ ਨੂੰ ਵੀ ਬਣਾ ਸਕਦੇ, ਤੁਸੀਂ ਇਹ ਗੱਲ ਕਹਿ ਰਹੇ ਹੋ। ਬਿਲਕੁਲ ਜੀ ਬਿਲकुल। 45 ਵਾਲਾ ਬੰਦਾ 55 ਦਾ ਲੱਗੇ, 55 ਵਾਲਾ 65 ਦਾ ਲੱਗੇ, ਇਹਦੇ ਵਿੱਚ 45 ਵਾਲਾ 35 ਦਾ ਲੱਗੂਗਾ। 100 ਬਿਮਾਰੀਆਂ की एक दवा, ਇਹ ਇੱਕ ਅੰਮ੍ਰਿਤ ਹੈ। ਇੰਨੀਆਂ ਜਗ੍ਹਾ ਦੇ ਵਿੱਚ ਇਹ ਕੰਮ ਆਉਂਦੀ ਹੈਗੀ ਆ ਵੀ ਤੁਸੀਂ ਇਹਦਾ ਵਰਣਨ ਹੀ ਨਹੀਂ ਕਰ ਸਕਦੇ। ਮੈਕਸੀਮਮ ਜੋ ਲੇਡੀਜ਼ ਦੇ ਦਿੱਕਤ ਆਉਂਦੀ ਨਾ, ਉਹਨਾਂ ਨੂੰ ਐਕਸਟਰਨਲ ਕਰੀਮਸ ਵਗੈਰਾ ਹੋਰ ਕੁਝ ਦਿੱਤੀਆਂ ਜਾਂਦੀਆਂ। ਬਾਹਰੋਂ ਤੁਸੀਂ ਲੱਖ ਚਾਹੇ ਦਵਾਈਆਂ ਲਗਾ ਲਓ, ਜਦ ਤੱਕ ਤੁਹਾਡੀ ਅੰਦਰੋਂ ਸਕਿਨ ਠੀਕ ਨਹੀਂ ਨਾ ਹੋਣੀ। ਇਹਨੇ ਅੰਦਰੋਂ ਲਾਲਟਨ ਨੂੰ ਜਿੱਦਾਂ ਅੰਦਰੋਂ ਸਾਫ਼ ਕਰੀਦਾ, ਉਸ ਤਰ੍ਹਾਂ ਇਹ ਅੰਦਰੋਂ ਸਕਿਨ ਨੂੰ ਟਾਈਟ ਕਰਦੀ। ਈਵਨ ਕਈਆਂ ਦੇ ਡਾਰਕ ਕਲਰ ਹੈਗਾ, ਜਿੱਦਾਂ ਕਾਲੇ ਰੰਗ ਤੋਂ ਪਰੇਸ਼ਾਨ ਹੈਗੇ ਵੀ ਮੇਰੀ ਡੇ ਬਾਏ ਡੇ ਸਕਿਨ ਕਾਲੀ ਹੁੰਦੀ ਜਾ ਰਹੀ ਹੈਗੀ ਆ, ਉਹ ਵੀ ਅਗਰ ਇਹਨੂੰ ਸ਼ੁਰੂ ਕਰ ਦੇਣ ਨਾ, ਅੰਦਰੋਂ ਬਿਲਕੁਲ ਸਕਿਨ, ਜਾਂ ਆਮ ਤੌਰ 'ਤੇ ਲੇਡੀਜ਼ ਨੂੰ ਛਾਈਆਂ ਦੀ ਸਮੱਸਿਆ ਹੋ ਜਾਂਦੀ ਹੈ, ਠੀਕ ਹੈ ਨਾ, ਉਹਦੇ ਵਿੱਚ ਬਹੁਤ ਅੱਛੇ ਰਿਜ਼ਲਟ ਹੈ। ਖਾਸ ਕਰ ਇਹਦੇ ਸਕਿਨ ਦੇ ਵਿੱਚ ਤਾਂ ਮਾਰਵਲਸ ਰਿਜ਼ਲਟ ਹੈਗੇ। ਤਾਂ ਤੁਸੀਂ ਐਂ ਨਹੀਂ ਲੱਗਦਾ ਵੀ ਬਿਊਟੀ ਪਾਰਲਰ ਵਾਲੇ ਦਾ ਕੰਮ ਖਤਮ ਕਰੋਗੇ? ਉਹਨਾਂ ਦੀ ਥੋੜੀ ਮਿਹਨਤ ਤਾਂ ਘਟਾ ਸਕਦੇ ਆ, ਖਤਮ ਨਹੀਂ ਕਰ ਸਕਦੇ। ਕਿੰਨੀਆਂ ਕੁ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਛੋਟਾ ਜਿਹਾ ਸ਼ੈਸ਼ੇ ਹੈ, ਇਹ ਕਿੰਨੀ ਕੁ ਬਿਮਾਰੀਆਂ ਦਾ ਇਲਾਜ? ਅਸੀਂ ਖਾਂਦੇ ਕਿਸੇ ਹੋਰ ਬਿਮਾਰੀ ਲਈ ਆ, ਸਾਡੀ ਠੀਕ ਕੋਈ ਹੋਰ ਬਿਮਾਰੀ ਹੋ ਰਹੀ ਹੁੰਦੀ ਹੈ। ਇਹ ਇਹਦਾ ਜਾਦੂਈ ਕਮਾਲ ਹੈਗਾ। ਐਕਟੀਵੇਟ ਹੈ ਪੂਰੇ, ਤਿਆਰ ਖੜੇ ਫੌਜੀ ਲੜਨ ਦੇ ਲਈ, ਬਿਮਾਰੀ ਲਈ। ਜਿਹੜਾ ਮਰਜ਼ੀ ਕੀਟਾਣੂ ਆ ਰਿਹਾ ਬਾਹਰੋਂ, ਉਹਦੇ ਨਾਲ ਲੜਾਈ ਕਰਦੇ ਆ। ਤੇ ਜਿਹੜੇ ਸਾਡੇ ਅੰਗ ਖਰਾਬ ਹੋ ਰਹੇ ਨੇ, ਉਹਨਾਂ ਦੀ ਰਿਪੇਅਰ ਕਰਨੀ ਹੈ ਨੇ। ਅੱਜ ਤੱਕ ਇੰਡੀਆ ਦੇ ਵਿੱਚ ਸਿਰਫ ਸਾਡੀ ਕੰਪਨੀ ਹੈਗੀ ਹੈ ਜਿਹੜੀ ਇਸ ਸਟੈਮ ਸੈੱਲ ਨੂੰ ਔਰਲੀ ਲੈ ਕੇ ਆਈ। ਨੌਜਵਾਨ ਜਿਹੜਾ ਕਈ ਵਾਰੀ ਕਾਲਜ ਜਾਂ ਸਕੂਲ ਜਾਂਦਾ ਹੁੰਦਾ, ਉਹ ਹੀ ਕਹਿਣ ਲੱਗ ਜਾਂਦਾ ਯਾਰ ਜੋੜਿਆਂ ਦੇ ਵਿੱਚ ਦਰਦ ਹੋ ਰਿਹਾ ਮੇਰੇ ਤਾਂ। ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ। ਇਹ ਲਦਾਖ ਦੇ ਵਿੱਚ ਇੱਕ ਫਰੂਟ ਹੁੰਦਾ ਜੀ, ਠੀਕ ਹੈ ਨਾ, ਇਹਦੇ ਵਿੱਚ ਓਮੇਗਾ 3, ਓਮੇਗਾ 6, ਓਮੇਗਾ 7 ਔਰ ਓਮੇਗਾ 9, ਇਹ ਹਾਰਟ ਤੇ, ਲਿਵਰ ਤੇ, ਅਰਥਰਾਈਟਿਸ ਤੇ, ਕਾਫੀ ਡਿਜ਼ੀਜ਼ ਦੇ ਵਿੱਚ ਨਾਲ ਇਹ ਕੰਮ ਕਰਦਾ ਹੈਗਾ। ਜਿਹੜੀਆਂ ਬਿਮਾਰੀਆਂ ਤੁਸੀਂ ਹੁਣ ਤੱਕ ਸੁਣੀਆਂ ਹੋਣਗੀਆਂ, ਉਹਨਾਂ ਸਾਰਿਆਂ ਦਾ ਹੀ ਇੱਕ ਡੱਬੀ ਨਾਲ ਇਲਾਜ ਹੋ ਰਿਹਾ। ਇਹਨੇ ਜਦੋਂ ਤੁਹਾਡੇ ਬਲੱਡ ਦੇ ਵਿੱਚ ਐਂਟਰ ਕਰਨਾ ਹੈਗਾ, ਇਹਨੇ ਉਸ ਸੈਲਸ ਨੂੰ ਐਕਟੀਵੇਟ ਕਰਨਾ ਹੈ ਜਿਹਦੇ ਕਰਕੇ ਬਿਮਾਰੀ ਹੋਈ ਹੈ। ਤੁਸੀਂ ਕਿਹਾ ਵੀ ਕੈਂਸਰ ਵਰਗੀ ਬਿਮਾਰੀ ਦੇ ਵਿੱਚ ਵੀ ਲਾਹੇਵੰਦ ਹੈ, ਕਿ ਹਰ ਪ੍ਰਕਾਰ ਦਾ ਕੈਂਸਰ ਇਸ ਨਾਲ ਠੀਕ? ਕੈਂਸਰ ਡਿਟੈਕਟ ਹੋਣ ਤੋਂ ਪਹਿਲਾਂ ਸਰੀਰ ਦੇ ਵਿੱਚ ਕੋਈ ਗੱਠ, ਗੰਢ, ਰਸੌਲੀ, ਕੋਈ ਗਿਲਟੀ, ਉਹਦਾ ਜਾਂਚ ਕਰਵਾ ਲੈਣੀ ਚਾਹੀਦੀ ਹੈ। ਅਗਰ ਉਹਨੂੰ ਕੈਂਸਰ ਡਾਇਗਨੋਜ਼ ਹੁੰਦਾ ਹੈਗਾ, ਸਾਡੇ ਕੋਲ ਆਵੇ, ਅਸੀਂ ਉਹਨੂੰ ਬਿਲਕੁਲ ਠੀਕ ਕਰ ਦਾਂਗੇ। ਲੋਕਾਂ ਨੂੰ ਜ਼ਰੂਰ ਇਹ ਸਮਝਾਓ ਵੀ ਡਿਪਰੈਸ਼ਨ ਦਾ ਸਟੈਮ ਸੈੱਲ ਨਾਲ ਕੀ ਲੈਣਾ ਦੇਣਾ, ਕਿਵੇਂ ਡਿਪਰੈਸ਼ਨ ਵਰਗੀ ਬਿਮਾਰੀ ਇਸ ਨਾਲ ਠੀਕ ਹੋ ਸਕਦੀ? ਨੀਂਦ ਲੈਣ ਦੇ ਲਈ ਕੋਈ ਨਸ਼ੇ ਦਾ ਸਹਾਰਾ ਲੈਂਦੇ ਆ, ਕੋਈ ਟੈਬਲੇਟਸ ਦਾ ਸਹਾਰਾ ਲੈ ਰਿਹਾ ਹੈਗਾ, ਕੋਈ ਅਲੱਗ-ਅਲੱਗ ਤਰ੍ਹਾਂ ਦੇ ਨਾਲ। ਇਹ ਬਹੁਤ ਅੱਛਾ ਸਾਧਨ ਹੈ, ਇਹਦੇ ਨਾਲ ਤੁਹਾਨੂੰ ਇੱਕ ਸਾਊਂਡ ਸਲੀਪ ਆਏਗੀ। ਅਗਰ ਤੁਹਾਨੂੰ ਨੀਂਦ ਅੱਛੀ ਆ ਗਈ, 5-6 ਵਜੇ ਤੁਹਾਡੀ ਜਾਗ ਖੁੱਲਦੀ ਹੈ, ਤੁਸੀਂ ਸਵੇਰੇ ਆਪਣੇ ਨੂੰ ਬਹੁਤ ਜ਼ਿਆਦਾ ਐਕਟਿਵ ਤੇ ਅੱਛੇ ਐਨਰਜੈਟਿਕ ਮਹਿਸੂਸ ਕਰਦੇ ਹੋ। ਇੱਕ ਵੀਕ ਦੇ ਵਿੱਚ ਅਸੀਂ ਪੇਸ਼ੈਂਟਸ ਦੇ ਬਹੁਤ ਵਧੀਆ ਰਿਜ਼ਲਟ ਲਏ, ਜਿਨ੍ਹਾਂ ਨੂੰ ਟੈਬਲੇਟ ਖਾ ਕੇ ਵੀ ਨੀਂਦ ਨਹੀਂ ਸੀ ਆਉਂਦੀ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਜੇ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਬਿਮਾਰੀਆਂ ਲਗਾਤਾਰ ਹੀ ਵੱਧਦੀਆਂ ਜਾ ਰਹੀਆਂ ਨੇ, ਤਾਂ ਘਰ ਘਰ ਹੁਣ ਬਿਮਾਰੀਆਂ ਪਹੁੰਚ ਚੁੱਕੀਆਂ ਹੈ, ਕਾਫੀ ਖਤਰਨਾਕ ਬਿਮਾਰੀਆਂ, ਜਿਸ ਦੇ ਪਿੱਛੇ ਕਾਰਨ ਵੱਖ-ਵੱਖ ਵੀ ਨੇ। ਸਾਡਾ ਖਾਣ ਪਾਣ ਵੀ ਬਦਲ ਗਿਆ। ਪਰ ਅੱਜ ਉਸੇ ਵਿੱਚ ਹੀ ਲੁਧਿਆਣਾ ਦੇ ਠਾਕੁਰ ਹਸਪਤਾਲ ਦੇ ਵਿੱਚ ਪਹੁੰਚੇ ਹਾਂ, ਤਾਂ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਵੀ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ, ਸਾਨੂੰ ਇਹ ਪਤਾ ਲੱਗਿਆ ਵੀ ਇੱਕ ਡੱਬੀ ਨਾਲ ਹੀ ਇਹ ਕਾਫੀ ਇਲਾਜ ਕਰ ਦਿੰਦੇ ਆ। ਯਾਨੀ ਕਿ ਜਿਹੜੀਆਂ ਬਿਮਾਰੀਆਂ ਤੁਸੀਂ ਹੁਣ ਤੱਕ ਸੁਣੀਆਂ ਹੋਣਗੀਆਂ, ਉਹਨਾਂ ਸਾਰਿਆਂ ਦਾ ਹੀ ਇੱਕ ਡੱਬੀ ਨਾਲ ਇਲਾਜ ਹੋ ਰਿਹਾ। ਹੁਣ ਉਹ ਡੱਬੀ ਕੀ ਹੈ, ਉਸ ਦੇ ਬਾਰੇ ਹੁਣ ਜਿਵੇਂ ਇੱਥੇ ਡਾਕਟਰ ਸਾਡੇ ਨਾਲ ਰਾਜੇਸ਼ ਠਾਕੁਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਤੋਂ ਪੁੱਛਦੇ ਹਾਂ ਵੀ ਅਸਲ ਦੇ ਵਿੱਚ ਇਸ ਦੇ ਵਿੱਚ ਹੈ ਕੀ ਹੈ ਅਤੇ ਕਿਸ ਹਿਸਾਬ ਨਾਲ ਇਹ ਕਾਫੀ ਵੱਡੀਆਂ ਬਿਮਾਰੀਆਂ ਦਾ ਇਲਾਜ ਇਸ ਨਾਲ ਹੋ ਜਾਂਦਾ। ਬਿਮਾਰੀਆਂ ਕਿਹੜੀਆਂ ਨੇ ਤੁਹਾਨੂੰ ਥੋੜ੍ਹਾ ਬਹੁਤਾ ਦੱਸ ਵੀ ਦਿੰਦੇ ਹਾਂ। ਸ਼ੂਗਰ ਵਰਗੀ ਬਿਮਾਰੀ ਹੋ ਗਈ, ਡਿਪਰੈਸ਼ਨ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ, ਅਤੇ ਕੈਂਸਰ ਵਰਗੀ ਬਿਮਾਰੀ ਜਿਹੜੀ ਪੰਜਾਬ ਦੇ ਵਿੱਚ ਇਸ ਸਮੇਂ ਘਰ ਕਰ ਚੁੱਕੀ ਹੋਈ ਹੈ। ਹਰ ਇੱਕ ਘਰ ਦੇ ਵਿੱਚ, ਜਿਵੇਂ ਕਿ ਆਪਾਂ ਕਈ ਵਾਰੀ ਗੱਲ ਵੀ ਕਹਿ ਦਿੰਦੇ ਹਾਂ ਵੀ 4-5 ਘਰ ਛੱਡ ਕੇ ਹੀ ਹੁਣ ਕੈਂਸਰ ਪੰਜਾਬ ਦੇ ਵਿੱਚ ਹੋ ਚੁੱਕਾ ਹੋਇਆ, ਤਾਂ ਉਸ ਦੇ ਵਿੱਚ ਇਹ ਕਿੰਨੀ ਕੁ ਕਾਰਗਰ ਹੈ। ਹੁਣ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਵੀ ਇੱਕ ਡੱਬੀ ਨਾਲ ਕਿਸ ਤਰੀਕੇ ਨਾਲ ਇਲਾਜ ਹੋ ਜਾਂਦਾ। ਪਹਿਲਾਂ ਤੁਹਾਡਾ ਡੇਲੀ ਪੋਸਟ ਤੇ ਬਹੁਤ ਸਵਾਗਤ ਕਰਦੇ ਹਾਂ। ਸ਼ੁਕਰੀਆ ਜੀ ਗੁਰਜੋਤ ਜੀ, ਸ਼ੁਕਰੀਆ, ਧੰਨਵਾਦ ਤੁਹਾਡਾ ਬਹੁਤ। ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ, ਸਿੱਧੀ ਗੱਲ ਕਹਾਂਗਾ ਵੀ ਇੱਕ ਡੱਬੀ, ਮੈਂ ਗੱਲ ਕੀਤੀ ਦਰਸ਼ਕਾਂ ਨੂੰ, ਉਹ ਡੱਬੀ ਵੀ ਦਿਖਾਓ। ਤੇ ਇੱਕ ਡੱਬੀ ਨਾਲ ਤੁਸੀਂ ਕਹਿੰਦੇ ਅਸੀਂ ਵੱਖ-ਵੱਖ ਇਲਾਜ ਕਰੀ ਜਾਂਦੇ ਹਾਂ, ਕੀ ਉਹਦੇ ਵਿੱਚ ਹੈ ਵੀ ਉਹ ਇੰਨੇ ਇਲਾਜ ਕਰ ਦਿੰਦੀ ਆ? ਮੈਂ ਅੱਜ ਕੱਲ੍ਹ ਸਟੈਮ ਸੈੱਲ ਤੇ ਕੰਮ ਕਰ ਰਿਹਾ।
ਅੱਜ ਦੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਮਾਨਵਤਾ ਤੇ ਅਟੈਕ ਕਰ ਰਹੀਆਂ, ਇਮਿਊਨ ਸਿਸਟਮ ਇੰਨੇ ਕਿ ਵੀਕ ਹੋ ਚੁੱਕੇ ਹਨ ਕਿ ਸਰੀਰ ਦੇ ਵਿੱਚ ਕੋਈ ਦਵਾਈ ਕੰਮ ਨਹੀਂ ਕਰ ਰਹੀ। ਹੁਣ ਅਸੀਂ ਸਵਿਟਜ਼ਰਲੈਂਡ ਦੀ ਕੰਪਨੀ ਦੇ ਨਾਲ ਕੋਲੈਬੋਰੇਸ਼ਨ ਕਰਕੇ ਸਟੈਮ ਸੈੱਲ ਤੇ ਕੰਮ ਕਰ ਰਹੇ ਹਾਂ। ਅਸੀਂ ਸਟੈਮ ਸੈੱਲ ਇੱਥੇ ਇੰਪੋਰਟ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਆਹ ਦੇਖੋ, ਤੁਹਾਨੂੰ ਮੈਂ ਦਿਖਾਣਾ। ਸਟੈਮ ਸੈੱਲ ਦੀ ਇੱਕ ਪੁੜੀ ਹੈ ਜਿਹਦੇ ਨਾਲ ਇੱਕ ਪਾਊਚ ਡੇਲੀ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੇ ਸਟੈਮ ਸੈੱਲ ਐਂਟਰ ਕਰ ਜਾਂਦੇ ਹਨ, ਜਿਹੜੇ ਕਿ ਬਿਮਾਰੀਆਂ ਦੇ ਨਾਲ ਲੜਦੇ ਹਨ। ਸਟੈਮ ਸੈੱਲ ਹੁੰਦਾ ਕੀ ਹੈ? ਤੁਸੀਂ ਸਟੈਮ ਸੈੱਲ ਦੀ ਗੱਲ ਕਰਦੇ, ਕਈ ਸਾਡੇ ਲੋਕਾਂ ਨੂੰ ਜਿਹੜੇ ਮੈਡੀਕਲ ਨਾਲ ਨਹੀਂ ਰਿਲੇਟ ਕਰਦੇ, ਸਟੈਮ ਸੈੱਲ ਬਾਰੇ ਪਤਾ ਨਹੀਂ ਹੋਊਗਾ, ਤਾਂ ਸਟੈਮ ਸੈੱਲ ਕਿੱਦਾਂ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਕਰ ਰਹੇ? ਸਾਡਾ ਸਰੀਰ ਕਰੋੜਾਂ ਸੈੱਲਾਂ ਦੇ ਨਾਲ ਮਿਲ ਕੇ ਬਣਿਆ ਹੈ। ਜਿਹੜੇ ਸੈੱਲ ਹੈ, ਸੈੱਲ ਤੋਂ ਬਾਅਦ ਟਿਸ਼ੂ ਬਣਦਾ ਹੈ, ਟਿਸ਼ੂ ਤੋਂ ਬਾਅਦ ਆਰਗਨ ਬਣਦਾ ਹੈ, ਆਰਗਨ ਤੋਂ ਬਾਅਦ ਬਾਡੀ ਬਣਦੀ ਹੈ। ਸਾਡੇ ਸਰੀਰ ਦੇ ਵਿੱਚ 200 ਪ੍ਰਕਾਰ ਦੇ ਅਲੱਗ-ਅਲੱਗ ਤਰ੍ਹਾਂ ਦੇ ਸੈੱਲ ਹਨ, ਜਿਹਦੇ ਵਿੱਚ ਸਟੈਮ ਸੈੱਲ, ਐਪੀਥੇਲੀਅਲ ਸੈੱਲ, ਐਂਡੋਥੇਲੀਅਲ ਸੈੱਲ, ਪਲੇਟਲੇਟ ਸੈੱਲ, ਸਕਿਨ ਸੈੱਲ, ਮਸਲ ਸੈੱਲ, ਇਸ ਤਰ੍ਹਾਂ ਦੇ 200 ਤਰ੍ਹਾਂ ਦੇ ਸੈੱਲ ਹੁੰਦੇ ਹਨ। ਜਿਹਦੇ ਵਿੱਚ ਇੱਕ WBC ਸੈੱਲ ਹੈ ਸਾਡੇ, ਉਹ ਸਰੀਰ ਦੇ ਹਰੇਕ ਤਰ੍ਹਾਂ ਦੀ ਕੋਈ ਬਿਮਾਰੀ ਦੇ ਨਾਲ ਲੜਦੇ ਹਨ। ਕੋਈ ਵੀ ਜਦੋਂ ਸਾਨੂੰ ਬਿਮਾਰੀ ਹੁੰਦੀ ਹੈ, ਸਭ ਤੋਂ ਪਹਿਲਾਂ ਸਾਡੇ ਸੈੱਲ ਉਹਨਾਂ ਦੇ ਨਾਲ ਬਿਮਾਰੀ ਦੇ ਕੀਟਾਣੂਆਂ ਦੇ ਨਾਲ ਲੜਦੇ ਹਨ। ਜਿਹੜੇ ਸਾਡੇ ਬਾਡੀ ਦੇ ਸਟੈਮ ਸੈੱਲ ਹੈ, ਇਹ ਇੰਨੇ ਕਿ ਸੂਝਵਾਨ ਸਟੈਮ ਸੈੱਲ ਹੁੰਦੇ ਹਨ। ਜਦੋਂ ਕੋਈ ਕਿਸੇ ਟਾਈਪ ਦੇ ਮੰਨ ਲਓ ਸਕਿਨ ਸੈੱਲ ਦੀ ਸਾਡੇ ਬਾਡੀ ਦੇ ਵਿੱਚ ਘੱਟ ਮਾਤਰਾ ਉਹਨਾਂ ਦੀ ਮਹਿਸੂਸ ਹੁੰਦੀ ਹੈ, ਬਿਮਾਰੀ ਵੱਡੇ ਲੈਵਲ ਦੀ ਆ ਗਈ ਹੈ, ਤੇ ਉਹਨਾਂ ਨੇ ਆਪਣੇ ਆਪ ਨੂੰ ਸਟੈਮ ਸੈੱਲ ਨੇ ਸਕਿਨ ਸੈੱਲ 'ਚ ਆਪਣੇ ਆਪ ਨੂੰ ਕਨਵਰਟ ਕਰ ਲੈਣਾ। ਪਰ ਕਈ ਵਾਰੀ ਬਿਮਾਰੀ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ, ਉਹ ਸਟੈਮ ਸੈੱਲ ਵੀ ਸਾਡੇ ਸਰੀਰ ਦੇ ਵਿੱਚ ਘੱਟ ਮਾਤਰਾ ਪੈਂਦੀ ਹੈਗੀ ਹੈ। ਇਸ ਕਰਕੇ ਸਾਨੂੰ ਐਕਸਟਰਨਲ ਸਟੈਮ ਸੈੱਲ ਲੈਣ ਦੀ ਲੋੜ ਹੈ, ਬਾਹਰੀ ਰੂਪ ਦੇ ਵਿੱਚੋਂ, ਜਿਹੜਾ ਕਿ ਪਹਿਲਾਂ ਕੋਈ ਪੋਸੀਬਲ ਨਹੀਂ ਸੀਗਾ। ਸਵਿਟਜ਼ਰਲੈਂਡ ਦੇ ਸਾਇੰਟਿਸਟ ਡਾਕਟਰ ਫਰੈਡ ਜੂਲੀ ਨੇ ਇਸ ਚੀਜ਼ ਦੀ ਇਨਵੈਂਸ਼ਨ ਕੀਤੀ ਹੈ, ਜਿਹਦੇ ਨਾਲ ਕਿ ਉਹਨਾਂ ਨੇ ਗ੍ਰੀਨ ਐਪਲ ਔਰ ਗ੍ਰੇਪਸ ਦੇ ਵਿੱਚੋਂ ਸਟੈਮ ਸੈੱਲ ਐਕਸਟ੍ਰੈਕਟ ਕੱਢੇ, ਜਿਹੜਾ ਕਿ ਵਿਚ ਆਰ ਇਕੁਅਲੈਂਟ ਟੂ ਹਿਊਮਨ ਸੈੱਲਸ। 80% ਉਹ ਹਿਊਮਨ ਸੈੱਲਸ ਦੇ ਬਰਾਬਰ ਹਨ। ਜਦੋਂ ਉਹਨਾਂ ਦੀ ਅਸੀਂ ਇਨਟੇਕ ਕਰਦੇ ਹੈਗੇ ਆ, ਤੇ ਸਾਡੇ ਬਾਡੀ ਦੇ ਵਿੱਚ ਸਟੈਮ ਸੈੱਲ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਿਹੜੇ ਕਿ ਬਿਮਾਰੀਆਂ ਦੇ ਨਾਲ ਲੜਦੇ ਹਨ। ਇਹਦੇ ਨਾਲ ਅਸੀਂ ਵੱਡੀਆਂ ਵੱਡੀਆਂ ਗੰਭੀਰ ਬਿਮਾਰੀਆਂ ਠੀਕ ਕੀਤੀਆਂ ਹਨ। ਜਿਹੜੇ ਪੇਸ਼ੈਂਟਸ ਨੂੰ ਜਵਾਬ ਵੀ ਮਿਲ ਗਿਆ ਘਰੋਂ, ਉਹਨਾਂ ਨੂੰ ਵੀ ਦੁਬਾਰਾ ਅਸੀਂ ਇਸ ਚੀਜ਼ ਦੇ ਨਾਲ ਸਟੈਂਡ ਕੀਤਾ ਹੈ। ਤੁਸੀਂ ਕਿਹਾ ਸਟੈਮ ਸੈੱਲ ਜਿਹੜਾ ਹੈ ਨਾ ਬੋਡੀ ਦੇ ਵਿੱਚ, ਬਾਕੀ ਜਿਵੇਂ ਵਾਈਟ ਬਲੱਡ ਸੈੱਲਸ ਵੀ ਆਪਾਂ ਕਹਿ ਦਿੰਦੇ ਆ, ਰੈੱਡ ਬਲੱਡ ਸੈੱਲਸ ਹੁੰਦੇ ਨੇ, ਤਾਂ ਉਹਨਾਂ ਦੀ ਜਗ੍ਹਾ ਲੈ ਲੈਂਦਾ। ਤੇ ਤੁਸੀਂ ਕਿਹਾ ਵੀ ਕੈਂਸਰ ਵਰਗੀ ਬਿਮਾਰੀ ਦੇ ਵਿੱਚ ਵੀ ਲਾਹੇਵੰਦ ਹੈ। ਕਿ ਹਰ ਪ੍ਰਕਾਰ ਦਾ ਕੈਂਸਰ ਇਸ ਨਾਲ ਠੀਕ ਹੋ ਸਕਦਾ? ਅਗਰ ਤਾਂ ਪੇਸ਼ੈਂਟ ਸਾਡੇ ਕੋਲ ਪਹਿਲਾਂ ਹੀ ਅੱਛੀ ਸਟੇਜ ਦੇ ਵਿੱਚ ਆ ਜਾਂਦਾ ਹੈ। ਆਮ ਤੌਰ 'ਤੇ ਪੇਸ਼ੈਂਟ ਸਾਡੇ ਕੋਲ ਉਦੋਂ ਆਉਂਦੇ ਆ ਜਦੋਂ 4th ਸਟੇਜ 'ਤੇ ਪਹੁੰਚ ਜਾਂਦੇ ਹਨ। ਕੀਮੋਥੈਰੇਪੀ ਕਰਵਾ ਕੇ, ਰੇਡੀਓਥੈਰੇਪੀ, ਹੋਰ ਵੀ ਮਾਡਰਨ ਸਾਇੰਸਿਸ ਦੇ ਹਰੇਕ ਇਲਾਜ ਕਰਾਉਣ ਤੋਂ ਬਾਅਦ ਆਉਂਦਾ ਹੈ। ਅਗਰ ਸਾਡੇ ਕੋਲ, ਤਾਂ ਵੀ ਪੇਸ਼ੈਂਟ ਨੂੰ ਖੈਰ ਬੈਨੀਫਿਟ ਮਿਲਦਾ ਹੈ। ਅਗਰ ਸਾਡੇ ਕੋਲ ਪੇਸ਼ੈਂਟ ਪ੍ਰੀ ਸਟੇਜ ਦੇ ਵਿੱਚ, ਅਰਲੀ ਸਟੇਜ ਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ, ਮੰਨ ਲਓ ਉਦੋਂ ਕੈਂਸਰ ਡਿਟੈਕਟ ਹੋਣ ਤੋਂ ਪਹਿਲਾਂ ਸਰੀਰ ਦੇ ਵਿੱਚ ਕੋਈ ਗੱਠ, ਗੰਢ, ਰਸੌਲੀ, ਕੋਈ ਗਿਲਟੀ, ਉਹਦਾ ਜਾਂਚ ਕਰਵਾ ਲੈਣੀ ਚਾਹੀਦੀ ਹੈ। ਅਗਰ ਉਹਨੂੰ ਕੈਂਸਰ ਡਾਇਗਨੋਜ਼ ਹੁੰਦਾ ਹੈਗਾ, ਸਾਡੇ ਕੋਲ ਆਵੇ, ਅਸੀਂ ਉਹਨੂੰ ਬਿਲਕੁਲ ਠੀਕ ਕਰ ਦਾਂਗੇ। ਅੱਛਾ ਜੀ, ਵੱਡੀ ਗੱਲ ਤੁਸੀਂ ਔਨ ਦੀ ਰਿਕਾਰਡ ਕਹਿ ਰਹੇ ਹੋ। ਸਰ ਪੇਸ਼ੈਂਟ ਸਾਡੇ ਕੋਲ ਆਂਦਾ ਥੋੜੀ ਲੇਟ ਸਟੇਜ ਤੇ ਹੈ, ਉਹਦੇ ਬਾਵਜੂਦ ਵੀ ਪੇਸ਼ੈਂਟ ਨੂੰ ਰਿਲੀਫ ਮਿਲਦਾ ਹੈ, ਬਹੁਤ ਜ਼ਿਆਦਾ ਰਿਲੀਫ ਮਿਲਦਾ ਹੈ। ਠੀਕ ਹੈ ਨਾ। ਮੈਂ ਨਾ ਇੱਕ ਹੋਰ ਗੱਲ ਪੁੱਛਣੀ ਚਾਹਾਂਗਾ। ਕਈ ਵਾਰ ਨਾ ਅਸੀਂ ਇਹਨਾਂ ਬਿਮਾਰੀਆਂ ਵੱਲ ਧਿਆਨ ਵੀ ਨਹੀਂ ਦਿੰਦੇ, ਪਰ ਹਰ ਘਰ 'ਚ ਹੋ ਗਈਆਂ। ਜੇ ਸ਼ੂਗਰ ਦੀ ਗੱਲ ਕਰਦੇ ਹਾਂ, ਜਿਹਨੂੰ ਆਪਾਂ ਡਾਇਬਟੀਜ਼ ਵੀ ਕਹਿ ਦਿੰਦੇ ਹਾਂ, ਡਾਇਬਟੀਜ਼ ਹਰ ਘਰ ਦੇ ਵਿੱਚ ਹੋਊਗੀ। ਤਾਂ ਕੀ ਇਹ ਡਾਇਬਟੀਜ਼ ਦੇ ਵਿੱਚ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਸਟੈਮ ਸੈੱਲ ਜਿਹੜੇ ਨੇ ਉਹ ਫਾਇਦੇਮੰਦ ਹੋਣਗੇ? ਕਿਉਂਕਿ ਇਹ ਹੁਣ ਹਰ ਘਰ 'ਚ ਪਹੁੰਚ ਗਈ ਹੈ, ਬੜਿਆਂ ਨੂੰ ਪ੍ਰੋਬਲਮ ਹੋ ਗਈ ਹੈ। ਤੁਹਾਡੇ ਆਸ-ਪਾਸ ਹੀ ਅਸੀਂ ਜੇ ਗੱਲ ਕਰਦੇ ਹਾਂ, ਕਈਆਂ ਨੂੰ ਸ਼ੂਗਰ, ਮਤਲਬ ਨੌਜਵਾਨਾਂ ਨੂੰ ਤੱਕ ਸ਼ੂਗਰ ਹੋਈ ਪਈ ਆ, ਉਹਨਾਂ ਨੂੰ ਵੀ ਜਿਹੜੇ ਆ ਟੀਕੇ ਲਾਣੇ ਪੈਂਦੇ, ਇਨਸੂਲਿਨ ਦੇ ਤੱਕ ਟੀਕੇ ਲਾਣੇ ਪੈਂਦੇ। ਜੀ ਬਿਲਕੁਲ ਠੀਕ ਜੀ। ਦੇਖੋ, ਜਿਹੜੀ ਡਾਇਬਟੀਜ਼ ਦੀ ਬਿਮਾਰੀ ਹੈਗੀ ਹੈ, ਅਸੀਂ ਉਸ ਚੀਜ਼ ਨੂੰ ਬਿਮਾਰੀ ਨਹੀਂ ਮੰਨਦੇ। ਕੋਈ ਬਿਮਾਰੀ ਮੰਨਦੇ ਹੀ ਨਹੀਂ, ਕਿਉਂਕਿ ਡਾਇਬਟੀਜ਼ ਇੱਕ ਇੰਬੈਲੈਂਸ ਹੋਈ ਹੈ। ਅੱਛਾ। ਜਦੋਂ ਅਸੀਂ ਉਹਨੂੰ ਦਵਾਈ ਖਾਂਦੇ ਆ ਤੇ ਉਹ ਬੈਲੈਂਸ ਹੋ ਜਾਂਦੀ ਹੈਗੀ ਹੈ। ਬਟ ਜੋ ਮਾਡਰਨ ਸਾਇੰਸ ਦੀਆਂ ਦਵਾਈਆਂ, ਉਹਦਾ ਸਿਰਫ ਇੱਕ ਦਿਨ ਦਾ ਇਲਾਜ ਹੈ। ਉਹ ਸਾਡੇ ਬਲੱਡ ਦੇ ਵਿੱਚ ਜਿਹੜੀ ਸ਼ੂਗਰ ਹੈ ਉਹਨੂੰ ਠੀਕ ਕਰਦੀ ਹੈਗੀ ਹੈ, ਪੈਂਕਰੀਆਸ ਨੂੰ ਵਰਕਿੰਗ 'ਤੇ ਨਹੀਂ ਲਿਆਂਦੀ ਹੈਗੀ। ਇਸ ਕਰਕੇ ਦਵਾਈਆਂ ਖਾਣ ਦੇ ਬਾਵਜੂਦ ਵੀ ਸਾਨੂੰ ਹੋਰ ਬਿਮਾਰੀਆਂ
ਜਿਸ ਤਰ੍ਹਾਂ ਕਿ ਕਿਡਨੀ ਫੇਲੀਅਰ ਹੋ ਗਿਆ, ਆਈਸਾਈਟ ਵੀਕ ਹੋ ਜਾਂਦੀ ਹੈਗੀ ਹੈ, ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈ, ਡਾਇਬਟਿਕ ਫੁੱਟ ਹੋ ਜਾਂਦਾ ਹੈਗਾ, ਤੇ ਹੋਰ ਸੋ ਮੈਨੀ ਡਿਜ਼ੀਜ਼ ਹੈ ਜਿਹੜੀਆਂ ਸਾਨੂੰ ਡਾਇਬਟੀਜ਼ ਦੇ ਨਾਲ ਡੇ ਬਾਏ ਡੇ ਸਾਡਾ ਸਰੀਰ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਸਾਨੂੰ ਹੋਰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੇ ਜਦੋਂ ਅਸੀਂ ਸਟੈਮ ਸੈੱਲ ਇਨਟੇਕ ਕਰਨਾ ਸ਼ੁਰੂ ਕਰ ਦਿੰਦੇ ਹਾਂ, ਖਾਣਾ ਸ਼ੁਰੂ ਕਰ ਦਿੰਦੇ ਹੈਗੇ ਆ, ਉਹ ਸਾਡੇ ਪੈਂਕ੍ਰੀਆਟਿਕ ਸੈੱਲ ਦੇ ਵਿੱਚ ਕਨਵਰਟ ਹੋ ਕੇ ਪੈਂਕ੍ਰੀਆਸ ਨੂੰ ਵਰਕਿੰਗ ਤੇ ਲਾਣਾ ਸ਼ੁਰੂ ਕਰ ਦਿੰਦਾ, ਸਲੋਲੀ ਇਨਸੂਲਿਨ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਅਗਰ ਅਸੀਂ ਕਿਸੇ ਪੇਸ਼ੈਂਟ ਦੀ ਕੋਈ ਦਵਾਈ ਬੰਦ ਨਹੀਂ ਕਰਦੇ, ਜੋ ਪੇਸ਼ੈਂਟ ਦਵਾਈ ਖਾ ਰਿਹਾ ਦਵਾਈ ਖਾਂਦਾ ਰਹੇ, ਇਹਦੇ ਨਾਲ ਐਡ ਆਨ ਕਰਨ ਦੇ ਨਾਲ ਹੀ ਉਹਦੀਆਂ ਜੋ ਹੈ ਪੈਂਕ੍ਰੀਆਸ ਵਰਕਿੰਗ ਤੇ ਆ ਜਾਏਗੀ, ਸਲੋਲੀ ਉਹਦੇ ਡਾਕਟਰ ਹੀ ਆਪਣੇ ਆਪ ਉਹਦੀ ਦਵਾਈ ਬੰਦ ਕਰਨਗੇ। ਥਰਡਲੀ, ਜਿਹੜਾ ਡਾਇਬਟੀਜ਼ ਦੀ ਵਜ੍ਹਾ ਦੇ ਨਾਲ ਸਰੀਰ ਦੇ ਵਿੱਚ ਨੁਕਸਾਨ ਹੋ ਰਿਹਾ ਹੈ, ਉਸ ਚੀਜ਼ ਨੂੰ ਇਹ ਬਹੁਤ ਵਧੀਆ ਰੋਕਥਾਮ ਕਰਦੀ ਹੈ। ਅਗਰ ਇਹ ਖਾਂਦੇ ਰਹੋਗੇ ਤਾਂ ਡਾਇਬਟੀਜ਼ ਦੇ ਕਾਰਨ ਜਿਹੜੀਆਂ ਹੋਰ ਬਿਮਾਰੀਆਂ, weight loss ਹੋ ਗਿਆ ਜਾਂ ਹੋਰ ਕਈ ਬਿਮਾਰੀਆਂ ਲੱਗਦੀਆਂ ਹੈਗੀਆਂ, ਉਸ ਚੀਜ਼ ਤੋਂ ਇਹ ਬਹੁਤ ਵਧੀਆ ਆਰਾਮ ਦਿੰਦੀ ਹੈਗੀ। ਦਵਾਈ ਹਜੇ ਤੱਕ ਇਸ ਦੀ ਬੰਦ ਹੋਈ ਵੀ ਹੈ ਕਿ ਨਹੀਂ, ਕਿ ਐਵੇਂ ਕਹਿ ਰਹੇ ਹੋ? ਕਈ ਪੇਸ਼ੈਂਟਸ ਦੀ ਤੁਹਾਡੇ ਦਵਾਈਆਂ ਬੰਦ ਹੋ ਗਈਆਂ, ਉਹ ਹੁਣ ਸਿਰਫ ਇਹੀ ਖਾ ਰਹੇ ਨੇ, ਦਵਾਈ ਟੋਟਲੀ ਬੰਦ ਹੈ। ਈਵਨ ਇਨਸੂਲਿਨ ਤੱਕ ਦੀ ਡੋਜ਼ ਰਿਡਿਊਸ ਹੋ ਗਈ ਹੈ। ਜਿਨ੍ਹਾਂ ਨੂੰ 2 ਵਾਰੀ ਲੱਗਦਾ ਸੀਗਾ, 34 ਯੂਨਿਟ ਲੱਗਦਾ ਸੀਗਾ, ਅੱਜ 4 ਯੂਨਿਟ 3 ਯੂਨਿਟ ਉਹ ਵੀ ਕਦੇ ਲਾਉਂਦੇ ਹੈਗੇ ਆ। ਬਟ ਉਹਨਾਂ ਦਾ ਹੁਣ ਪੈਂਕ੍ਰੀਆਸ ਦੁਬਾਰਾ ਵਰਕਿੰਗ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਅੱਛਾ, ਤੇ ਇੱਕ ਬਿਮਾਰੀ ਤਾਂ ਸਾਨੂੰ ਪਤਾ ਹੀ ਨਹੀਂ ਲੱਗਦੀ, ਹੋ ਜਾਂਦੀ ਹੈ, ਲੋਕੀ ਐਂ ਹੀ ਫਿਰਦੇ ਰਹਿੰਦੇ ਆ। ਲੋਕੀ ਕਹਿੰਦੇ ਸ਼ਾਇਦ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਹੈ, ਪਰ ਹੁੰਦੀ ਡਿਪਰੈਸ਼ਨ ਆ। ਟੈਨਸ਼ਨ ਸਮਝਦਾ ਰਹਿੰਦਾ ਸ਼ਾਇਦ ਮੈਨੂੰ ਕੰਮ ਦੀ ਟੈਨਸ਼ਨ ਹੈ, ਸ਼ਾਇਦ ਮੈਨੂੰ ਕਿਸੇ ਪ੍ਰਕਾਰ ਨਾਲ ਮੇਰੇ ਜਿਵੇਂ ਰਿਲੇਸ਼ਨ ਨਹੀਂ ਸਹੀ ਚੱਲ ਰਹੇ ਤਾਂ ਉਸ ਦੀ ਟੈਨਸ਼ਨ ਹੈ। ਲੋਕਾਂ ਨੂੰ ਇਹ ਬੜਾ ਹੁੰਦਾ, ਪਰ ਉਹ ਅਸਲ ਦੇ ਵਿੱਚ ਡਿਪਰੈਸ਼ਨ ਜਿਹੜੀ ਹੈ ਦਿਮਾਗ ਦੇ ਵਿੱਚ ਆ ਜਾਂਦੀ ਹੈ। ਤਾਂ ਡਿਪਰੈਸ਼ਨ ਕਰਕੇ ਬੰਦਾ ਆਪਣਾ ਕੰਮ ਵੀ ਨਹੀਂ ਕਰ ਪਾਉਂਦਾ। ਤਾਂ ਤੁਸੀਂ ਜਿਵੇਂ ਮੈਂ ਤੁਹਾਡਾ ਪੇਪਰ ਵੀ ਪੜ੍ਹ ਰਿਹਾ ਸੀ ਤਾਂ ਪਤਾ ਲੱਗਿਆ ਵੀ ਡਿਪਰੈਸ਼ਨ ਦਾ ਵੀ ਇਸ ਦੇ ਵਿੱਚ ਇਲਾਜ ਹੈਗਾ। ਉਹ ਕਿਸ ਪ੍ਰਕਾਰ ਨਾਲ ਹੁੰਦਾ, ਲੋਕਾਂ ਨੂੰ ਜ਼ਰੂਰ ਇਹ ਸਮਝਾਓ ਵੀ ਡਿਪਰੈਸ਼ਨ ਦਾ ਸਟੈਮ ਸੈੱਲ ਨਾਲ ਕੀ ਲੈਣਾ ਦੇਣਾ, ਕਿਵੇਂ ਡਿਪਰੈਸ਼ਨ ਵਰਗੀ ਬਿਮਾਰੀ ਇਸ ਨਾਲ ਠੀਕ ਹੋ ਸਕਦੀ ਹੈ? ਦੇਖੋ, ਜਿਹੜੀ ਡਿਪਰੈਸ਼ਨ ਦੀ ਬਿਮਾਰੀ ਹੈ ਰਿਲੇਟਡ ਟੂ ਬ੍ਰੇਨ ਸੈੱਲ ਦੇ ਨਾਲ ਹੈਗੀ, ਦਿਮਾਗ ਦੇ ਨਾਲ। ਜਦੋਂ ਸਾਡੀ ਸੋਚ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਿਹੜਾ ਕੰਮ ਨਹੀਂ ਹੋਣਾ ਅਸੀਂ ਉਹਦੇ ਬਾਰੇ ਸੋਚੀ ਜਾ ਰਹੇ ਹਾਂ, ਜੇ ਕੱਲ ਨੂੰ ਇਹ ਹੋ ਗਿਆ ਤਾਂ ਉਹ ਹੋ ਜਾਏਗਾ, ਜੇ ਉਹ ਹੋ ਗਿਆ ਤਾਂ ਇਹ ਹੋ ਜਾਏਗਾ, ਉਹਦੇ ਨਾਲ ਅਸੀਂ ਡਿਪਰੈਸ਼ਨ ਦੇ ਵਿੱਚ ਪੇਸ਼ੈਂਟ ਚਲੇ ਜਾਂਦਾ ਹੈਗਾ। ਉਦੋਂ ਤੁਹਾਡੇ ਬ੍ਰੇਨ ਸੈੱਲ ਡੀਐਕਟੀਵੇਟ ਹੋਣਾ ਸ਼ੁਰੂ ਹੋ ਜਾਂਦਾ, ਦਿਮਾਗ ਤੁਹਾਡਾ ਮਤਲਬ ਕਿ ਨੈਗੇਟਿਵ ਚੀਜ਼ਾਂ ਸੋਚਣ ਲੱਗ ਪੈਂਦਾ। ਜਦੋਂ ਤੁਸੀਂ ਸਟੈਮ ਸੈੱਲ ਇਨਟੇਕ ਕਰਦੇ ਹੈਗੇ ਹੋ, ਦੈਨ ਇਟ ਕਨਵਰਟ ਇਨਟੂ ਬ੍ਰੇਨ ਸੈੱਲ। ਬ੍ਰੇਨ ਸੈੱਲ 'ਚ ਕਨਵਰਟ ਹੋ ਕੇ ਬ੍ਰੇਨ ਦੇ ਸੈੱਲਸ ਨੂੰ ਐਕਟੀਵੇਟ ਕਰਦਾ, ਜਿਹਦੇ ਨਾਲ ਰਿਲੈਕਸ ਮਹਿਸੂਸ ਕਰਦਾ ਪੇਸ਼ੈਂਟ। ਨੀਂਦ ਉਸ ਨੂੰ ਬਿਲਕੁਲ ਠੀਕ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਕੰਮਕਾਰ ਵੱਲ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ, ਅਤੇ ਸਲੋਲੀ ਉਹ ਡਿਪਰੈਸ਼ਨ ਤੋਂ ਬਾਹਰ ਆ ਜਾਂਦਾ ਹੈ। ਅੱਛਾ, ਮਤਲਬ ਕਿੰਨਾ ਕੁ ਸਮਾਂ ਲੱਗਦਾ? ਜ਼ਰੂਰ ਮੈਂ ਸਮਾਂ ਵੀ ਪੁੱਛੂੰਗਾ ਤੁਹਾਨੂੰ, ਕਿ ਤੁਹਾਡੇ ਹਿਸਾਬ ਨਾਲ ਡਿਪਰੈਸ਼ਨ ਦੇ ਵਿੱਚ ਬਾਹਰ ਆਉਣ ਨੂੰ ਇਹਦੇ ਨਾਲ ਕਿੰਨਾ ਕੁ ਸਮਾਂ ਲੱਗੇਗਾ? ਦੇਖੋ, ਅਗਰ ਤਾਂ ਪੇਸ਼ੈਂਟ ਬਹੁਤ ਜ਼ਿਆਦਾ ਹਾਈ ਮੈਡੀਸਨ 'ਤੇ ਲੱਗਿਆ ਹੋਇਆ, ਬਹੁਤ ਸਟਰੋਂਗ ਮੈਡੀਸਨ 'ਤੇ ਲੱਗਿਆ ਹੋਇਆ, ਉਹਨੂੰ ਤਾਂ 4-6 ਮਹੀਨੇ ਲੱਗ ਸਕਦੇ ਆ। ਅਦਰਵਾਈਜ਼ ਫਸਟ ਵੀਕ ਦੇ ਵਿੱਚ ਹੀ ਪੇਸ਼ੈਂਟ ਨੂੰ ਰਿਲੈਕਸ, ਬਹੁਤ ਹੀ ਵਧੀਆ ਇੱਕ ਗਹਿਰੀ ਤੇ ਮਿੱਠੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਤੁਹਾਨੂੰ ਨੀਂਦ ਪੂਰੀ ਹੋਣੀ ਸ਼ੁਰੂ ਹੋ ਗਈ, ਤੁਸੀਂ ਇਸ ਬਿਮਾਰੀ ਦੇ ਵਿੱਚੋਂ ਬਾਹਰ ਸਲੋਲੀ ਆਉਣਾ ਸ਼ੁਰੂ ਹੋ ਜਾਂਦੇ ਹੋ। 1 ਵੀਕ ਦੇ ਵਿੱਚ ਹੀ ਇਹਦਾ ਬਹੁਤ ਅੱਛਾ ਰਿਜ਼ਲਟ ਆਉਂਦਾ ਹੈਗਾ। ਡਿਪਰੈਸ਼ਨ ਦੇ ਵਿੱਚ ਸੋਚ ਜਿਹੜੀ ਬੰਦੇ ਦੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਉਹ ਦਿਮਾਗ ਦੇ ਵਿੱਚ ਉਹਦੇ ਆਂਦਾ ਦੁਨੀਆ ਜਾਏ ਭਾੜ ਮੇ। ਅੱਛਾ, ਹਾਂ, ਤਾਂ ਉਸ ਤੋਂ ਬਾਅਦ ਦੇਖੋ, ਜਦੋਂ ਤੁਹਾਨੂੰ ਨੀਂਦ ਅੱਛੀ ਆਣੀ ਸ਼ੁਰੂ ਹੋ ਗਈ, ਆਮ ਤੌਰ 'ਤੇ ਸਭ ਨਾਲੋਂ ਵੱਡਾ ਕਾਰਨ ਹੈ ਲੋਕਾਂ ਨੂੰ ਨੀਂਦ ਬਹੁਤ ਘੱਟ ਗਈ ਹੈਗੀ ਹੈ। ਨੀਂਦ ਲਿਆਉਣ ਦੇ ਲਈ ਕੋਈ ਨਸ਼ੇ ਦਾ ਸਹਾਰਾ ਲੈਂਦੇ ਆ, ਕੋਈ ਟੈਬਲੇਟਸ ਦਾ ਸਹਾਰਾ ਲੈ ਰਿਹਾ ਹੈਗਾ, ਕੋਈ ਅਲੱਗ-ਅਲੱਗ ਤਰ੍ਹਾਂ ਦੇ ਨਾਲ, ਉਹਦੇ ਬਾਵਜੂਦ ਵੀ 4-5 ਘੰਟੇ ਨੀਂਦ ਲੈਂਦੇ ਆ, ਜਿਹਦੇ ਕਰਕੇ ਡਿਪਰੈਸ਼ਨ ਦੀ ਮਾਤਰਾ, ਜੋ ਇੱਕ ਤੁਹਾਨੂੰ ਗਹਿਰੀ ਨੀਂਦ 6-7-8 ਘੰਟੇ ਦੀ ਨੀਂਦ ਆ ਗਈ ਹੈ, ਤਾਂ ਤੁਸੀਂ ਬਹੁਤ ਵਧੀਆ ਅਗਲੇ ਦਿਨ ਰਿਲੈਕਸ ਮਹਿਸੂਸ ਕਰੋਗੇ। ਤੁਸੀਂ ਨੀਂਦ ਦੀ ਗੱਲ ਕੀਤੀ ਤਾਂ ਮੇਰਾ ਵੀ ਅੱਗੋਂ ਸਵਾਲ ਆਇਆ। ਆਮ ਦੇਖਦੇ ਨਾ ਨੌਜਵਾਨ ਅੱਜ ਕੱਲ੍ਹ ਸੋਣਾ ਘਟਾਤਾ ਹੈ, ਕੋਈ ਫੋਨ ਵੱਲ ਜ਼ਿਆਦਾ ਧਿਆਨ ਹੋ ਗਿਆ। ਜੀ, ਅਸੀਂ ਕੰਮ ਤੋਂ ਆਉਂਦੇ ਹਾਂ, ਕੰਮ ਤੋਂ ਜਾਂ ਕਈ ਵਾਰੀ ਬੰਦਾ ਕੋਈ ਕਹਿ ਸਕਦੇ ਹਨ ਵੀ ਨੌਜਵਾਨ ਜਿਹੜੇ ਸਟੱਡੀ ਵੀ ਕਰ ਰਹੇ ਹੁੰਦੇ ਆ, ਸਟੱਡੀ ਕਰਨ ਤੋਂ ਬਾਅਦ ਉਹਨਾਂ ਨੇ ਫੋਨ ਹੀ ਦੇਖੀ ਜਾਣਾ, ਰਾਤ ਪਤਾ ਨਹੀਂ ਲੱਗਣਾ, ਇੰਸਟਾਗ੍ਰਾਮ 'ਤੇ ਬਸ ਸਕਰੋਲ ਕਰੀ ਜਾਣਾ। ਅਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਉਸ ਦਾ, ਕਿਉਂਕਿ ਨੀਂਦਾਂ ਘੱਟ ਗਈਆਂ ਨੇ, ਫੋਨ ਹੀ ਚਲਾਈ ਜਾਣਾ ਇੰਨਾ ਟਾਈਮ, 4 ਘੰਟੇ ਨੀਂਦ, 3 ਘੰਟੇ ਦੀ ਨੀਂਦ, 5 ਘੰਟੇ ਦੀ ਨੀਂਦ, ਸਵੇਰੇ ਫੇਰ ਕੰਮ 'ਤੇ ਜਾਣਾ, ਇਹ ਕਿੱਥੇ ਤੱਕ ਜਾ ਸਕਦਾ ਸਭ ਕੁਛ? ਦੇਖੋ, ਜਿਹੜਾ ਫੋਨ ਚਲਾਉਣਾ ਜਾਂ ਆਪਣੀ ਨੀਂਦ ਪੂਰੀ ਨਹੀਂ ਕਰਨੀ ਹੈ, ਉਹਨੂੰ ਅਸੀਂ ਬਿਮਾਰੀ ਨਹੀਂ ਕਹਿ ਸਕਦੇ, ਉਹ ਤਾਂ ਇੱਕ ਆਦਤ ਖਰਾਬ ਕਹਿ ਸਕਦੇ ਹਾਂ। ਆਮ ਤੌਰ 'ਤੇ ਇਹ ਚੀਜ਼ਾਂ ਯੰਗ ਲੜਕਿਆਂ ਨੂੰ ਜਾਂ ਉਹਨਾਂ ਨੂੰ ਜ਼ਿਆਦਾ ਹੈ। ਅਗਰ ਇੱਕ ਓਲਡ ਏਜ ਬੰਦਾ ਯਾਨੀ 40+ ਹੈਗਾ,
ਉਹਨੂੰ ਪਤਾ ਵੀ ਮੈਂ ਕੱਲ ਨੂੰ ਆਪਣੇ ਜੌਬ ਤੇ ਆਪਣੇ ਬਿਜ਼ਨਸ ਤੇ ਆਪਣੇ ਉੱਤੇ ਜਿੱਥੇ ਵੀ ਉਹ ਕੰਮਕਾਰ ਕਰਦੇ ਜਾਣਾ ਹੈ, ਉਹ ਯੂਜਲੀ 9-10 ਵਜੇ ਤੱਕ ਉਹ ਸੋ ਜਾਂਦੇ ਹਨ, ਠੀਕ ਹੈ ਨਾ। ਪਰ 9-10 ਵਜੇ ਪੈਣ ਦੇ ਬਾਵਜੂਦ ਵੀ ਉਹਨੂੰ ਨੀਂਦ ਨਹੀਂ ਆਉਂਦੀ ਹੈਗੀ। ਪਰ ਇਹ ਬਹੁਤ ਅੱਛਾ ਸਾਧਨ ਹੈ, ਇਹਦੇ ਨਾਲ ਤੁਹਾਨੂੰ ਇੱਕ ਸਾਊਂਡ ਸਲੀਪ ਆਏਗੀ। ਅਗਰ ਤੁਹਾਨੂੰ ਨੀਂਦ ਅੱਛੀ ਆ ਗਈ, 5-6 ਵਜੇ ਤੁਹਾਡੀ ਜਾਗ ਖੁੱਲ੍ਹਦੀ ਹੈ, ਤੁਸੀਂ ਸਵੇਰੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਕਟਿਵ ਅਤੇ ਅੱਛੇ ਐਨਰਜੈਟਿਕ ਮਹਿਸੂਸ ਕਰਦੇ ਹੋ। ਉਸ ਤੋਂ ਬਾਅਦ ਅਗਲਾ ਦਿਨ ਤੁਹਾਡਾ ਬਹੁਤ ਵਧੀਆ। 1-2 ਦਿਨਾਂ ਦੇ ਵਿੱਚ ਹੀ ਤੁਹਾਨੂੰ ਡਿਪਰੈਸ਼ਨ ਦੇ ਵਧੀਆ, 1 ਵੀਕ ਦੇ ਵਿੱਚ ਅਸੀਂ ਪੇਸ਼ੈਂਟਸ ਦੇ ਬਹੁਤ ਵਧੀਆ ਰਿਜ਼ਲਟ ਲਏ ਜਿਨ੍ਹਾਂ ਨੂੰ ਟੈਬਲੇਟ ਖਾ ਕੇ ਵੀ ਨੀਂਦ ਨਹੀਂ ਸੀ ਆਉਂਦੀ। ਤਾਂ ਮੈਂ ਨਾ ਅੱਗੇ ਇਹ ਵੀ ਪੁੱਛਣਾ ਚਾਹਾਂਗਾ, ਫੀਮੇਲਸ ਨੂੰ ਨਾ ਕਾਫੀ ਪ੍ਰੋਬਲਮਸ ਹੁੰਦੀਆਂ, ਤਾਂ ਫੀਮੇਲ ਦੱਸ ਵੀ ਨਹੀਂ ਪਾਉਂਦੀਆਂ, ਕਈ ਵਾਰੀ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ। ਜੇ ਆਪਾਂ ਕਈ ਵਾਰੀ ਗੱਲ ਕਰ ਦਿੰਦੇ ਹਾਂ, ਬੜੀਆਂ ਉਹਨਾਂ ਨੂੰ ਪ੍ਰੋਬਲਮਸ ਆ ਜਾਂਦੀਆਂ, ਤਾਂ ਉਹਦੇ ਬਾਰੇ ਵੀ ਦੱਸੋ ਤੇ ਇਹ ਵੀ ਗੱਲ ਦੱਸੋ ਵੀ ਕੀ ਉਸ ਦੇ ਵਿੱਚ ਵੀ ਲਾਹੇਵੰਦ ਹੈ? ਜੀ ਬਿਲਕੁਲ। ਦੇਖੋ, ਜੋ ਫੀਮੇਲਸ ਦੀਆਂ ਡਿਜ਼ੀਜ਼ ਹੈਗੀਆਂ, ਹਾਰਮੋਨਲ ਡਿਜ਼ੀਜ਼ ਉਹਨਾਂ ਨੂੰ ਜ਼ਿਆਦਾ ਹੁੰਦੀਆਂ, ਠੀਕ ਹੈ ਨਾ। ਫੀਮੇਲਸ ਦੇ ਵਿੱਚ 2 ਹਾਰਮੋਨਸ ਈਸਟਰੋਜਨ ਔਰ ਪ੍ਰੋਜੈਸਟਰੋਨ, 2 ਹਾਰਮੋਨ ਹੈਗੇ ਆ ਜਿਨ੍ਹਾਂ ਦੀ ਇੰਬੈਲੈਂਸਿੰਗ ਕਰਕੇ ਡਿਜ਼ੀਜ਼ ਪੈਦਾ ਹੁੰਦੀਆਂ, ਜਿਹਦੇ ਵਿੱਚ ਓਵੇਰੀਅਨ ਸਿਸਟ ਹੋ ਗਈ, ਫਾਈਬਰਾਇਡਸ ਹੋ ਗਿਆ। ਮੈਕਸੀਮਮ ਲੇਡੀਜ਼ ਨੂੰ ਇਹ ਦਿੱਕਤ 2 ਜ਼ਿਆਦਾ ਆਉਂਦੀਆਂ ਹਨ। ਅਤੇ ਉਹਦੇ ਵਿੱਚ ਉਸ ਤੋਂ ਇਲਾਵਾ ਅੱਜ ਕੱਲ੍ਹ ਦੇ ਜੋ ਸਭ ਨੂੰ ਵੱਡੀ ਸਮੱਸਿਆ ਆ ਰਹੀ ਹੈ ਵੀ ਉਮਰ ਤੋਂ ਪਹਿਲਾਂ ਲੇਡੀਜ਼ ਦਾ ਸਕਿਨ ਦੇ ਵਿੱਚ ਬਹੁਤ ਜ਼ਿਆਦਾ ਵੀ ਉਹਨਾਂ ਦਾ ਚਿਹਰਾ, ਪੇਸ਼ੈਂਟਸ ਆਉਂਦੀਆਂ ਹਨ, ਉਹ ਆ ਕੇ ਕਹਿੰਦੇ ਆ ਵੀ ਆਪਣਾ ਮੇਰੀ ਉਮਰ ਤਾਂ ਹੈ 35 ਸਾਲ ਤਾਂ ਮੈਂ ਲੱਗਦੀ 45 ਸਾਲ ਦੀ ਹਾਂ। ਉਹਨਾਂ ਦੇ ਸਕਿਨ ਝੁਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉਹਦੇ ਉੱਤੇ ਬਹੁਤ ਹੀ ਜ਼ਬਰਦਸਤ ਇਹਦਾ ਕੰਮ ਹੈਗਾ, ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਹੈਗੇ ਆ। ਈਵਨ ਫੋਰਨ ਦੇ ਸਾਡੇ ਪੇਸ਼ੈਂਟ ਹੈ ਜਿਨ੍ਹਾਂ ਨੂੰ UV ਰੇਜ਼ ਦੇ ਕਰਕੇ ਸਕਿਨ ਉਹਨਾਂ ਦੀ ਖਰਾਬ ਹੋ ਜਾਂਦੀ ਹੈਗੀ ਹੈ, ਉਹਦੇ ਉੱਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ। 2 ਤੋਂ 3 ਮਹੀਨੇ ਦੇ ਵਿੱਚ ਹੀ ਸਕਿਨ ਦੁਬਾਰਾ ਟਾਈਟ ਉਹਨਾਂ ਦੀ ਹੋ ਜਾਂਦੀ, ਜਿਹੜੀ ਕਿ ਗਰਦਨ ਦੇ ਉੱਪਰ ਜ਼ਿਆਦਾਤਰ ਲੇਡੀਜ਼ ਦੇ ਵਿੱਚ ਸਕਿਨ ਲਮਕ ਜਾਂਦੀ ਹੈਗੀ ਹੈ, ਜਾਂ ਇਹਨਾਂ ਜਾਂ ਚੀਕਸ ਦੇ ਉੱਤੇ ਆਪਣਾ ਜ਼ਿਆਦਾ ਉਹਨਾਂ ਦਾ ਸਕਿਨ ਬੜੀ ਹੋ ਜਾਂਦੀ ਜਾਂ ਲਮਕ ਜਾਂਦੀ ਹੈਗੀ। ਉਹਨਾਂ ਚੀਜ਼ਾਂ 'ਤੇ ਬਹੁਤ ਅੱਛੇ ਇਹਨਾਂ ਦੇ ਰਿਜ਼ਲਟ ਹੈਗੇ। ਖਾਸ ਕਰ ਨਾਲ ਇੰਟਰਨਲ ਲੇਡੀਜ਼ ਡਿਜ਼ੀਜ਼ ਦੇ ਵਿੱਚ ਫਾਈਬਰਾਇਡਸ ਤੱਕ ਵਿਦਆਊਟ ਆਪਰੇਸ਼ਨ ਅਸੀਂ ਇਹਨਾਂ ਨਾਲ ਠੀਕ ਕਰ ਸਕਦੇ ਹੈਗੇ। ਸਿਸਟ ਨੂੰ ਬਹੁਤ ਜਲਦੀ ਰਿਮੂਵ ਕਰਦੀ ਹੈਗੀ ਹੈ ਦਵਾਈਆਂ। ਤੋਂ ਸਟੈਮ ਸੈੱਲ ਇੱਕ ਨਵੀਂ ਕ੍ਰਾਂਤੀ ਆਈ ਹੈਗੀ, ਜਿਹੜੀ ਕਿ ਸਿਰਫ ਇੰਡੀਆ ਦੇ ਵਿੱਚ ਸਾਡੀ ਕੰਪਨੀ ਨਾਸਵਿਜ਼ ਕੰਪਨੀ ਹੈਗੀ ਹੈ, ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਦਾ ਕੋਲੈਬੋਰੇਸ਼ਨ ਹੋਈ ਹੈ। ਸਾਡੇ ਆਪਣਾ ਮੈਬਲੇ ਕੰਪਨੀ ਸਵਿਟਜ਼ਰਲੈਂਡ ਦੀ, ਤੁਸੀਂ ਆਪਣਾ YouTube ਤੇ ਨੈੱਟ ਤੇ ਦੇਖ ਸਕਦੇ ਹੋ। ਇਸ ਕੰਪਨੀ ਦਾ 13 ਕੰਟਰੀਜ਼ ਦੇ ਵਿੱਚ ਕੰਮ ਚੱਲ ਰਿਹਾ ਹੈਗਾ। 1 ਲੱਖ ਤੋਂ ਜ਼ਿਆਦਾ ਇਹਨਾਂ ਦਾ EMPLOYE ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕੀ ਮਾਡਰਨ ਸਾਇੰਸ ਤੋਂ ਥੋੜ੍ਹਾ ਜਿਹਾ ਇੱਧਰ ਨੂੰ ਆਉਣਾ ਸ਼ੁਰੂ ਹੋਏ ਨੇ, ਤਾਂ ਕਿ ਦਵਾਈਆਂ ਦੇ ਬਹੁਤ ਵਧੀਆ ਰਿਜ਼ਲਟ ਨਹੀਂ ਮਿਲ ਰਹੇ। ਦਵਾਈਆਂ ਖਾਣ ਦੇ ਬਾਵਜੂਦ ਵੀ ਪੇਸ਼ੈਂਟ ਡੇ ਬਾਈ ਡੇ ਅੱਗੇ ਤੋਂ ਅੱਗੇ ਬਿਮਾਰੀ ਹੋਰ ਵੱਧ ਰਹੀ ਹੈਗੀ ਹੈ। ਇਹ ਬਿਮਾਰੀ 'ਤੇ ਘੱਟ ਕੰਮ ਕਰਦੀ ਹੈ, ਬੋਡੀ 'ਤੇ ਕੰਮ ਕਰਦੀ ਹੈ। ਅਗਰ ਤੁਹਾਡੀ ਬੋਡੀ ਅੱਛੀ ਹੈ, ਤੁਹਾਡਾ ਬੋਡੀ ਦਾ ਇਮਿਊਨ ਸਿਸਟਮ ਜਿਹੜੇ ਕਿ ਬਿਮਾਰੀਆਂ ਨਾਲ ਲੜਦਾ ਉਹ ਸਟਰੋਂਗ ਹੈ, ਤਾਂ ਬਿਮਾਰੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ। ਇਹ ਤੁਹਾਡੀ ਇਮਿਊਨਿਟੀ। ਸਾਡੇ ਕੋਲ ਕਈ ਪੇਸ਼ੈਂਟਸ ਵਿਦਆਊਟ ਹੈਵਿੰਗ ਐਨੀ ਡਿਜ਼ੀਜ਼ ਇਹਨੂੰ ਅੱਧਾ ਸੈਸ਼ੇ ਡੇਲੀ ਇਨਟੇਕ ਕਰਦੇ ਹੈਗੇ ਆ। ਅੱਧਾ ਤੋਂ 1 ਸੈਸ਼ੇ ਤੁਸੀਂ ਖਾਂਦੇ ਰਹੋ। 1 ਸੈਸ਼ੇ ਜਿਹੜਾ ਲਗਾਤਾਰ ਖਾਂਦਾ ਰਹੇਗਾ, ਅਸੀਂ ਉਸ ਬੰਦੇ ਨੂੰ ਕਹਿੰਦੇ ਕੋਈ ਬਿਮਾਰੀ ਨਹੀਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ 1-ਅੱਧਾ% ਰਹਿ ਜਾਂਦੀ ਹੈਗੀ ਆ। ਕਿਉਂਕਿ ਇਹਨੇ ਅੰਦਰੋਂ ਜਦੋਂ ਤੁਹਾਡੀ ਇੱਕ ਬੋਡੀ ਨੂੰ, ਤੁਹਾਡੇ ਬੋਡੀ ਦੇ ਪਿੱਲਰ ਸਟਰੋਂਗ ਹੈਗੇ ਆ, ਤਾਂ ਕੋਈ ਬਿਮਾਰੀ ਤੁਹਾਨੂੰ ਐਂਟਰ ਨਹੀਂ ਕਰੇਗੀ। ਬਿਮਾਰੀ ਉਦੋਂ ਹੀ ਐਂਟਰ ਕਰੇਗੀ ਜਦੋਂ ਤੁਹਾਡੀ ਇੰਟਰਨਲ ਬੋਡੀ ਵੀਕ ਹੋਣੀ ਸ਼ੁਰੂ ਹੋ ਗਈ। ਜਦੋਂ ਬੋਡੀ ਵੀਕ ਹੋ ਗਈ ਹੈ ਤਾਂ ਬਿਮਾਰੀ ਤੁਹਾਡੇ 'ਤੇ ਅਟੈਕ ਕਰਦੀ ਹੈ। ਤਾਂ ਮੈਂ ਤੁਹਾਨੂੰ ਵਿੱਚ ਇੱਕ ਹੋਰ ਵਾਰੀ ਸਵਾਲ ਇਹਦੇ 'ਤੇ ਹੀ ਆਉਣਾ ਚਾਹਾਂਗਾ, ਕਿਉਂਕਿ ਤੁਸੀਂ ਕਿਹਾ ਵੀ ਲੇਡੀਜ਼ ਦੀ ਸਕਿਨ ਕਈ ਵਾਰੀ ਦੇਖਦੇ ਆ ਵੀ ਜ਼ਿਆਦਾ ਉਹਨਾਂ ਦੀ ਹੋ ਜਾਂਦੀ ਆ, ਵੀ ਪੰਜਾਬੀ ਜਿਵੇਂ ਅਸੀਂ ਕਹਿ ਦਿੰਦੇ ਆ ਢਿਲਕ ਜਾਂਦੀ ਹੈ। ਤਾਂ ਇਹ ਜਿਹੜੀ ਜਿਵੇਂ ਸਟੈਮ ਸੈਲਸ ਦੀ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ, ਇਹ ਡੱਬੀ, ਤਾਂ ਇਹ ਡੱਬੀ 10 ਸਾਲ ਜਵਾਨ ਕਿਸੇ ਨੂੰ ਵੀ ਬਣਾ ਸਕਦੀ, ਤੁਸੀਂ ਇਹ ਗੱਲ ਕਹਿ ਰਹੇ? ਬਿਲਕੁਲ ਜੀ, ਬਿਲਕੁਲ। ਆ ਦੇਖੋ, ਇਹ ਸੈਸ਼ੇ ਹੈ, 1 ਸੈਸ਼ੇ ਇਨਟੇਕ ਕਰੋ। ਸਕਿਨ ਦੇ ਨਾਲ ਦਾ ਦੇਖੋ, ਇਹਨੇ ਜਦੋਂ ਆਪਣਾ ਕੰਮ ਕਰਨਾ ਹੈਗਾ, ਕੁਝ ਬਿਮਾਰੀਆਂ ਐਸੀਆਂ ਜਿਨ੍ਹਾਂ ਬਾਰੇ ਤੁਹਾਨੂੰ ਵੀ ਨਹੀਂ ਪਤਾ ਬੋਡੀ ਦੇ ਅੰਦਰ ਪੈਦਾ ਹੋ ਰਹੀਆਂ, ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਵੀ ਇਹਨਾਂ ਨੇ ਬਿਲਕੁਲ ਸਾਫ਼ ਕਰ ਦੇਣਾ ਹੈ। ਕੁਝ ਬਿਮਾਰੀਆਂ, ਕਿਉਂਕਿ ਆਮ ਤੌਰ 'ਤੇ ਅਸੀਂ ਜਦੋਂ ਡਾਕਟਰਸ ਦੇ ਕੋਲ ਜਾਣਾ ਉਦੋਂ ਹੀ ਸਾਨੂੰ ਪਤਾ ਲੱਗਦਾ ਵੀ ਯਾਰ ਮੇਰਾ ਤਾਂ ਰੀਨਲ ਫੇਲੀਅਰ ਹੋ ਗਿਆ, ਮੇਰੇ ਕਿਡਨੀ ਕੰਮ ਕਰਨਾ ਬੰਦ ਕਰ ਗਈ, ਮੈਨੂੰ ਕੈਂਸਰ। ਇੱਕ ਵਾਰੀ ਸਕਿਨ ਬਾਰੇ ਵੀ ਪੂਰਾ ਲੋਕਾਂ ਨੂੰ ਦੱਸ ਦਿਓ ਤੁਸੀਂ, ਵੀ ਸਕਿਨ ਜਿਹੜੀ ਲੇਡੀਜ਼ ਦੀ ਤੁਸੀਂ ਦੱਸਿਆ ਸੀਗਾ ਵੀ 10 ਸਾਲ ਹੋਰ ਇਸ ਨਾਲ ਜਵਾਨ ਹੋ ਜਾਣੀ। ਦੇਖੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਪਹਿਲੇ ਟਾਈਮਾਂ ਦੇ ਵਿੱਚ ਨਾ ਆਪਾਂ ਘਰ 'ਚ ਲਾਲਟਨ ਜਗਾਉਂਦੇ ਹੁੰਦੇ ਸੀਗੇ, ਹੈ ਨਾ। ਲਾਲਟਨ ਦਾ ਸ਼ੀਸ਼ਾ ਜਿੰਨਾ ਮਰਜ਼ੀ ਤੁਸੀਂ ਬਾਹਰੋਂ ਸਾਫ਼ ਕਰ ਲਓ,
ਆਮ ਤੌਰ ਤੇ ਕੀ ਹੈ, ਮੈਕਸਿਮਮ ਜੋ ਲੇਡੀਜ਼ ਦੇ ਦਿੱਕਤ ਆਉਂਦੀ ਨਾ, ਉਹਨਾਂ ਨੂੰ ਐਕਸਟਰਨਲ ਕਰੀਮਸ ਵਗੈਰਾ ਹੋਰ ਕੁਝ ਦਿੱਤੀਆਂ ਜਾਂਦੀਆਂ। ਬਾਹਰੋਂ ਤੁਸੀਂ ਲੱਖ ਚਾਹੇ ਦਵਾਈਆਂ ਲਗਾ ਲਓ, ਜਦ ਤੱਕ ਤੁਹਾਡੀ ਅੰਦਰੋਂ ਸਕਿਨ ਠੀਕ ਨਹੀਂ ਨਾ ਹੋਣੀ। ਇਹਨੇ ਅੰਦਰੋਂ ਲਾਲਟਨ ਨੂੰ ਜਿੱਦਾਂ ਅੰਦਰੋਂ ਸਾਫ਼ ਕਰੀਦਾ, ਉਸ ਤਰ੍ਹਾਂ ਇਹ ਅੰਦਰੋਂ ਸਕਿਨ ਨੂੰ ਟਾਈਟ ਕਰਦੀ ਹੈ। ਸਕਿਨ ਦੇ ਜੋ ਮਸਲਸ ਹੈ ਉਹਨਾਂ ਨੂੰ ਰੀਐਕਟੀਵੇਟ ਕਰਕੇ ਰੀਜੂਵੀਨੇਟ ਕਰਦੀ ਹੈਗੀ ਹੈ, ਜਿਹਦੇ ਨਾਲ ਸਕਿਨ ਦੁਬਾਰਾ ਪਹਿਲੀ ਪੋਜੀਸ਼ਨ ਦੇ ਵਿੱਚ ਆ ਜਾਂਦੀ ਹੈਗੀ। ਇਹਨੂੰ ਐਂਟੀ ਏਜਿੰਗ ਵੀ ਕਹਿੰਦੇ ਹੈਗੇ ਆ। ਐਂਟੀ ਏਜਿੰਗ ਮਤਲਬ ਵੀ 45 ਵਾਲਾ ਬੰਦਾ 55 ਦਾ ਲੱਗੇ, 55 ਵਾਲਾ 65 ਦਾ ਲੱਗੇ, ਇਹਦੇ ਵਿੱਚ 45 ਵਾਲਾ 35 ਦਾ ਲੱਗੂਗਾ। ਅਗਰ ਉਹ 2-3 ਮਹੀਨਿਆਂ ਨੂੰ ਕੰਟੀਨਿਊ ਯੂਜ਼ ਕਰ ਲੈਂਦਾ, ਉਹ ਇਟਸੈਲਫ ਦੇਖਣਗੇ ਵੀ ਯਾਰ ਮੈਨੂੰ ਫਰਕ ਲੱਗ ਰਿਹਾ ਹੈਗਾ, ਠੀਕ ਹੈ ਨਾ। ਬਾਹਰੋਂ ਕੋਈ ਦੁਨੀਆ ਦੀ ਐਸੀ ਕਰੀਮ ਨਹੀਂ ਹੈਗੀ। ਸੈਕੰਡਲੀ, ਇਹਨੇ ਜਦੋਂ ਈਸਟਰੋਜਨ ਔਰ ਪ੍ਰੋਜੈਸਟਰੋਨ ਹਾਰਮੋਨਸ ਨੂੰ ਦੇਖੋ, ਦੋਨੋਂ ਹਾਰਮੋਨਸ, ਇੱਕ ਹਾਰਮੋਨਸ ਬਲੈਕਿਸ਼ ਲਈ ਹੁੰਦਾ ਹੈ, ਇੱਕ ਵਾਈਟਿਸ਼ ਲਈ ਹੁੰਦਾ ਹੈਗਾ। ਉਹਨਾਂ ਦੋਨਾਂ ਨੂੰ ਜੋ ਬੈਲੈਂਸ ਕਰਨਾ, ਤਾਂ ਸਕਿਨ ਬਹੁਤ ਅੱਛੀ ਟੋਨ ਉਹਦੀ ਨਿਕਲ ਕੇ ਆਉਂਦੀ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਨਾ ਵੀ ਸਕਿਨ ਦੇ ਵਿੱਚ ਨਿਖਾਰ ਆਉਂਦਾ ਹੈਗਾ। ਈਵਨ ਕਈਆਂ ਦੇ ਡਾਰਕ ਕਲਰ ਹੈਗਾ, ਜਿੱਦਾਂ ਕਾਲੇ ਰੰਗ ਤੋਂ ਪਰੇਸ਼ਾਨ ਹੈਗੇ ਵੀ ਮੇਰੀ ਡੇ ਬਾਏ ਡੇ ਸਕਿਨ ਕਾਲੀ ਹੁੰਦੀ ਜਾ ਰਹੀ ਹੈਗੀ ਆ, ਉਹ ਵੀ ਅਗਰ ਇਹਨੂੰ ਸ਼ੁਰੂ ਕਰ ਦੇਣਾ, ਅੰਦਰੋਂ ਬਿਲਕੁਲ ਸਕਿਨ, ਜਾਂ ਆਮ ਤੌਰ 'ਤੇ ਲੇਡੀਜ਼ ਨੂੰ ਛਾਈਆਂ ਦੀ ਸਮੱਸਿਆ ਹੋ ਜਾਂਦੀ ਹੈ, ਠੀਕ ਹੈ ਨਾ, ਉਹਦੇ ਵਿੱਚ ਬਹੁਤ ਅੱਛੇ ਰਿਜ਼ਲਟ ਹੈ। ਖਾਸ ਕਰ ਇਹਦੇ ਸਕਿਨ ਦੇ ਵਿੱਚ ਤਾਂ ਮਾਰਵਲਸ ਰਿਜ਼ਲਟ ਹੈਗੇ ਜੀ। ਫਿਰ ਤਾਂ ਤੁਸੀਂ ਐਂ ਨਹੀਂ ਲੱਗਦਾ ਵੀ ਬਿਊਟੀ ਪਾਰਲਰ ਵਾਲੇ ਦਾ ਕੰਮ ਖਤਮ ਕਰੋਗੇ, ਕੰਮ ਬੰਦ ਕਰ ਦੋਗੇ? ਬਿਊਟੀ ਪਾਰਲਰ ਡਿਫਰੈਂਟ ਚੀਜ਼ ਹੈ, ਠੀਕ ਹੈ ਨਾ। ਜਦ ਇੱਕ ਅੰਦਰੋਂ ਸਕਿਨ ਅੱਛਾ ਕੰਮ, ਸਕਿਨ ਸਾਡੀ ਗਲੋ ਦੇ ਰਹੀ ਹੈਗੀ ਹੈ, ਉਹਨਾਂ ਦੀ ਥੋੜੀ ਮਿਹਨਤ ਤਾਂ ਘਟਾ ਸਕਦੇ ਆ, ਖਤਮ ਨਹੀਂ ਕਰ ਸਕਦੇ। ਮਿਹਨਤ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੀ ਮਿਹਨਤ ਹੁਣ ਘਟਣ ਜਾ ਰਹੀ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਬਿਲਕੁਲ। ਤਾਂ ਤੁਸੀਂ ਹੁਣ ਆਪਾਂ ਅੱਗੇ ਬਿਮਾਰੀਆਂ ਤੇ ਸ਼ਿਫਟ ਕਰਦੇ ਹਾਂ। ਤੁਸੀਂ ਹੋਰ ਵੀ ਗੱਲ ਕਹਿ ਰਹੇ ਸੀ ਵੀ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਹੁੰਦੀਆਂ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦੀਆਂ ਤੇ ਉਸ ਤੇ ਵੀ ਕਾਰਗਰ ਆ, ਉਹਦੇ ਬਾਰੇ ਵੀ ਮਾੜਾ ਜਿਹਾ ਦੱਸੋ। ਦੇਖੋ, ਹੋਰ ਜਿਸ ਤਰ੍ਹਾਂ ਬਣਾਉਂਦੇ, ਅੱਜ ਦੇ ਟਾਈਮ 'ਚ ਲੀਵਰ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈਗੀ ਹੈ। ਮੈਂ ਕਹਿੰਦਾ ਲੀਵਰ ਦੀ ਤਾਂ ਪ੍ਰੋਬਲਮ ਐਦਾਂ ਹੋ ਗਈ ਹੈ ਵੀ ਹਰ ਦੂਜੇ ਬੰਦੇ, ਮੈਂ ਹਿਸਾਬ ਲਵਾਂਗਾ ਵੀ ਹਰ ਘਰ 'ਚ ਇੱਕ ਬੰਦੇ ਨੂੰ ਤਾਂ ਸ਼ਾਇਦ ਲੀਵਰ ਦੀ ਪ੍ਰੋਬਲਮ ਹੋਣੀ ਹੈ, ਕਿਉਂਕਿ ਹਰ ਬਿਮਾਰੀ, ਤੁਸੀਂ ਆਮ ਜੇ ਡਾਕਟਰ ਦੀ ਗੱਲ ਕਰਦੇ ਹੋ, ਉਹ ਕਹਿੰਦੇ ਵੀ ਆ ਵੀ ਪੇਟ ਤੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ। ਜੀ ਬਿਲਕੁਲ। ਦੇਖੋ, ਲੀਵਰ ਸਾਡੀ ਬੋਡੀ ਦਾ ਸਭ ਨਾਲੋਂ ਵੱਡਾ ਆਰਗਨ ਹੈਗਾ। ਇਹ ਰਾਈਟ ਸਾਈਡ 'ਤੇ ਸਿਚੁਏਟਡ ਹੁੰਦਾ ਹੈਗਾ। ਇਹਦਾ ਕੀ ਕੰਮ ਹੈ? ਇੱਕ ਬੋਡੀ ਦਾ ਡਿਸਟਰੀਬਿਊਟਰ ਹੈਗਾ। ਅਸੀਂ ਕੁਝ ਵੀ ਇਨਟੇਕ ਕਰਦੇ ਹਾਂ, ਕੁਝ ਵੀ ਖਾਂਦੇ ਹਾਂ, ਸਭ ਤੋਂ ਪਹਿਲਾਂ ਲੀਵਰ 'ਚ ਜਾਣਾ। ਲੀਵਰ ਨੇ ਅੱਗੇ ਹਰੇਕ ਆਰਗਨ ਨੂੰ ਉਹਦੇ ਹਿਸਾਬ ਦੇ ਨਾਲ ਉਹਦੀ ਡਾਈਟ ਪਹੁੰਚਾਉਣੀ ਹੈਗੀ ਹੈ। ਬ੍ਰੇਨ ਨੂੰ ਉਹਦੇ ਹਿਸਾਬ ਨਾਲ ਉਹਦੀ ਡਾਈਟ ਪਹੁੰਚ ਜਾਣੀ, ਹਾਰਟ ਨੂੰ ਉਹਦੇ ਹਿਸਾਬ ਨਾਲ ਪਹੁੰਚ ਜਾਣੀ ਹੈ। ਪਰ ਜੇ ਲੀਵਰ ਖੁਦ ਬਿਮਾਰ ਹੋ ਗਿਆ, ਦੇਖੋ, ਲੀਵਰ ਬਿਮਾਰ ਹੋਣ ਦੀ ਪਹਿਲੀ ਸਟੇਜ ਹੁੰਦੀ ਹੈ ਫੈਟੀ ਲੀਵਰ, ਜਿਹਨੂੰ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਡਾਕਟਰਸ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦੇ। ਅੱਜ ਦੇ ਟਾਈਮ ਦੇ ਵਿੱਚ 100 ਚੋਂ 70-80 ਬੰਦਿਆਂ ਦਾ ਫੈਟੀ ਲੀਵਰ ਆਏਗਾ। ਡਾਕਟਰ ਕਹਿੰਦੇ ਛੱਡੋ ਯਾਰ ਫੈਟੀ ਲੀਵਰ, ਕੋਈ ਗੱਲ ਨਹੀਂ, ਤੁਸੀਂ ਇਹ ਦਵਾਈ ਸ਼ੁਰੂ ਕਰੋ। ਪਰ ਨਹੀਂ, ਫੈਟੀ ਲੀਵਰ ਦੀਆਂ ਵੀ ਅੱਗੇ 4 ਸਟੇਜਸ ਹੁੰਦੀਆਂ। ਫੈਟੀ ਲੀਵਰ 1 2 3 4। ਜਦੋਂ 4th ਸਟੇਜ ਹੋ ਜਾਂਦੀ ਹੈ, ਉਸ ਤੋਂ ਬਾਅਦ ਇਟ ਕਨਵਰਟ ਇਨਟੂ ਲੀਵਰ ਫਾਈਬਰੋਸਿਸ। ਲੀਵਰ ਫਾਈਬਰੋਸਿਸ ਤੋਂ ਬਾਅਦ ਲੀਵਰ ਸਿਰੋਸਿਸ 'ਤੇ ਆ ਜਾਂਦਾ ਹੈਗਾ। ਅਸੀਂ ਲੀਵਰ ਸਿਰੋਸਿਸ ਤੱਕ ਦੇ ਪੇਸ਼ੈਂਟ ਠੀਕ ਕੀਤੇ ਆ, ਜਿਨ੍ਹਾਂ ਨੂੰ ਡਾਕਟਰਸ ਵੱਲੋਂ ਜਵਾਬ ਹੋ ਚੁੱਕਿਆ ਸੀਗਾ। ਉਹਨਾਂ ਦੇ ਐਸਾਈਟਿਸ ਹੋਣਾ ਸ਼ੁਰੂ ਹੋ ਜਾਂਦਾ। ਐਸਾਈਟਿਸ ਮਤਲਬ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈਗਾ, ਜਿਹੜੇ ਕਿ ਫਿਰ ਟੈਪਿੰਗ ਕਰਾ ਕੇ ਪਾਣੀ ਕਢਵਾਉਣਾ ਪੈਂਦਾ ਹੈਗਾ, ਕੋਈ 15 ਦਿਨ ਬਾਅਦ, ਕੋਈ ਹਫ਼ਤੇ ਬਾਅਦ। ਹਾਂਜੀ ਹਾਂਜੀ। ਉਸ ਤੋਂ ਬਾਅਦ ਦੇਖੋ, ਮਾਡਰਨ ਸਾਇੰਸ ਦੇ ਵਿੱਚ ਸਿਰਫ ਇੱਕੋ ਹੀ ਉਹਦਾ ਸੋਲੂਸ਼ਨ ਦੱਸਿਆ ਜਾਂਦਾ ਹੈ, ਲੀਵਰ ਟ੍ਰਾਂਸਪਲਾਂਟ, ਜਿਹੜਾ ਕਿ ਇੱਕ ਬਹੁਤ ਹੀ ਮਹਿੰਗਾ ਇਲਾਜ ਹੈਗਾ। ਉਹਦੇ ਵਿੱਚ ਡੋਨਰ ਦਾ ਵੀ ਤੁਹਾਨੂੰ ਹੀ ਅਰੇਂਜਮੈਂਟ ਕਰਨਾ ਪੈਂਦਾ ਹੈਗਾ। ਉਹਦੇ ਬਾਵਜੂਦ ਵੀ 25-30 ਲੱਖ ਰੁਪਏ ਲਾ ਕੇ ਵੀ ਤੁਸੀਂ ਉਹਦੇ ਵਿੱਚ ਆਪਣਾ ਸੰਤੁਸ਼ਟ ਨਹੀਂ ਹੈ, ਉਹਦੇ 'ਚ ਸੈਟਿਸਫਾਈਡ ਰਿਜ਼ਲਟ ਨਹੀਂ ਹੈ, ਠੀਕ ਹੈ ਨਾ। ਕਿਉਂਕਿ ਮੰਨ ਲਓ ਇੱਕ 60 ਸਾਲ ਦੇ ਬਜ਼ੁਰਗ ਨੂੰ 25 ਸਾਲ ਦੇ ਲੜਕੇ ਦਾ ਲੀਵਰ ਲੱਗ ਰਿਹਾ, ਤੇ ਉਹ ਫਿਰ ਬਹੁਤ ਅੱਛੀ ਤਰ੍ਹਾਂ ਆਪਣੇ ਆਪ ਨੂੰ ਸਟੈਬਲਿਸ਼ ਨਹੀਂ ਕਰ ਪਾਉਂਦਾ। ਚਲੋ, ਅਸੀਂ ਕਹਿੰਦੇ ਅਗਰ ਤੁਸੀਂ ਕਰਵਾਉਣਾ ਤਾਂ ਸਾਡੀ 2 ਮਹੀਨੇ ਦਵਾਈ ਖਾ ਕੇ ਦੇਖ ਲਓ, ਅਗਰ ਤੁਹਾਡੀ ਵਾਪਸੀ ਹੁੰਦੀ ਠੀਕ ਹੈ, ਨਹੀਂ ਤੁਸੀਂ ਕਰਵਾ ਲਓ, ਠੀਕ ਹੈ ਨਾ। ਬਟ ਇਹਦੇ ਨਾਲ ਲੀਵਰ ਦੇ ਵਿੱਚ ਵੀ ਮਾਰਵਲਸ ਰਿਜ਼ਲਟ ਹੈਗੇ, ਠੀਕ ਹੈ ਨਾ। ਕਿਉਂਕਿ ਜਦੋਂ ਲੀਵਰ ਇਟਸੈਲਫ ਇੱਕ ਆਰਗਨ ਐਸਾ ਜਿਹੜਾ ਆਪਣੇ ਆਪ ਨੂੰ ਆਪ ਰਿਪੇਅਰ ਕਰਦਾ ਹੈਗਾ, ਠੀਕ ਹੈ ਨਾ। ਲੀਵਰ ਨੂੰ ਥੋੜ੍ਹਾ ਟਾਈਮ ਦਿਓ, 22 ਡੇਜ਼ ਦੇ ਵਿੱਚ ਲੀਵਰ ਆਪਣੇ ਆਪ ਨੂੰ ਰਿਪੇਅਰ ਕਰ ਲੈਂਦਾ ਹੈਗਾ। ਛੋਟੀਆਂ ਮੋਟੀਆਂ ਬਿਮਾਰੀਆਂ ਜਿੱਦਾਂ ਕੀ ਹੋ ਗਿਆ, ਜੌਂਡਿਸ ਵਗੈਰਾ ਹੋ ਗਿਆ, SGOT SGPT ਇਨਕਰੀਜ਼ ਹੋਣੇ ਸ਼ੁਰੂ ਹੋ ਜਾਂਦੇ ਆ। SGPT ਜਦੋਂ ਵਧਣੇ ਸ਼ੁਰੂ ਹੋ ਗਏ, ਇਹਦਾ ਮਤਲਬ ਤੁਹਾਡੇ ਲੀਵਰ 'ਚ ਖਰਾਬੀ ਹੋਣੀ ਸ਼ੁਰੂ ਹੋ ਗਈ ਹੈ। ਆਪਣਾ ਲੀਵਰ ਦਾ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ, ਜਿਹਦੇ ਨਾਲ ਪਤਾ ਲੱਗਦਾ ਹੈ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਹੈਗੀ। ਲੀਵਰ ਜਦੋਂ ਤੁਹਾਡਾ ਠੀਕ ਹੈ, ਤੁਸੀਂ 70 ਤੋਂ 80% ਠੀਕ ਹੈਗੇ ਹੋ। ਜਦੋਂ ਤੁਹਾਡਾ ਲੀਵਰ ਖਰਾਬ ਹੋਣਾ, ਉਹਦੇ ਨਾਲ ਹਰੇਕ ਆਰਗਨ ਨੂੰ ਉਹਦੇ ਮੁਤਾਬਕ ਡਾਈਟ ਨਹੀਂ ਪਹੁੰਚਣੀ, એનર્ਜੀ ਨਹੀਂ ਪਹੁੰਚਣੀ ਹੈਗੀ। ਇਸ ਕਰਕੇ ਦੂਜੇ ਅੰਗ ਵੀ ਡੇ ਬਾਏ ਡੇ ਵੀਕ ਹੋਣਾ ਸ਼ੁਰੂ ਹੋ ਜਾਂਦੇ ਹਨ। ਤੋ ਲੀਵਰ ਦੇ ਵਿੱਚ ਵੀ ਇਹਦਾ ਬਹੁਤ ਹੀ ਮਾਰਵਲਸ ਰਿਜ਼ਲਟ ਹੈਗਾ। ਜਦੋਂ ਸਟੈਮ ਸੈੱਲ ਤੁਸੀਂ ਐਂਟਰ ਕਰਨੇ ਹੈਗੇ, ਇਹਨਾਂ ਨੇ ਉਹਦੇ ਈਵਨ ਦੇਖੋ, ਸਿਰੋਸਿਸ ਦੇ ਵਿੱਚ ਕੀ ਹੁੰਦਾ,
ਮਾਡਰਨ ਸਾਇੰਸ ਕਹਿ ਰਹੀ ਹੈ ਵੀ ਅਸੀਂ ਉਸ ਤੋਂ ਵਾਪਸੀ ਨਹੀਂ ਕਰ ਸਕਦੇ, ਪਰ ਸਾਡੀ ਸਾਇੰਸ ਲਿਵਰ ਸਿਰੋਸਿਸ ਤੋਂ ਵੀ ਜਿਹੜੇ ਟਿਸ਼ੂ ਡੈਮੇਜ ਹੋ ਚੁੱਕੇ ਹੈ ਉਹਨਾਂ ਨੂੰ ਦੁਬਾਰਾ ਰੀਐਕਟੀਵੇਟ ਰੀਜਨਰੇਟ ਕਰਕੇ ਉਹਨਾਂ ਦੀ ਵਾਪਸੀ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਉਹਦਾ ਐਸਾਈਟਸ ਹੋਣਾ ਬੰਦ ਹੋ ਜਾਂਦਾ, ਪਾਣੀ 'ਚ ਪੇਟ 'ਚ ਭਰਨਾ ਬੰਦ ਹੋ ਜਾਂਦਾ, ਅਤੇ ਉਹਦੀ ਇਨਟੇਕ ਡਾਈਟ ਅੱਛੀ ਹੋ ਜਾਂਦੀ ਹੈ, ਕਿਉਂਕਿ ਜਦੋਂ ਪਾਣੀ ਭਰਿਆ ਹੁੰਦਾ ਪੇਸ਼ੈਂਟ ਨਾ ਤਾਂ ਕੁਝ ਖਾ ਸਕਦਾ ਹੈਗਾ। ਉਸ ਤੋਂ ਬਾਅਦ ਕੀ ਹੈ, ਅਗਲੀ ਸਟੇਜ ਹੁੰਦੀ ਹੈ ਵੀ ਉਹ ਕਿਡਨੀ ਵੱਲ ਨੂੰ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ, ਕਿਡਨੀ ਫੇਲੀਅਰ, ਯੂਰਿਨ ਆਊਟਪੁੱਟ ਘਟ ਜਾਂਦੀ ਹੈ, ਕ੍ਰੀਏਟਿਨਿਨ ਤੁਹਾਡਾ ਵਧਣਾ ਸ਼ੁਰੂ ਹੋ ਜਾਣਾ ਹੈ। ਉਸ ਤੋਂ ਬਾਅਦ ਡੇ ਬਾਏ ਡੇ ਤੁਹਾਡਾ ਨਾਲ ਕਿਡਨੀ ਵੀ ਇਨਵੋਲਵ ਹੋ ਜਾਂਦੀ ਹੈਗੀ ਹੈ। ਤੋ ਬਿਹਤਰ ਇਹੀ ਹੈ ਵੀ ਅਸੀਂ ਪੇਸ਼ੈਂਟ ਨੂੰ ਸੁਜੈਸਟ ਕਰਦੇ ਹੈਗੇ ਆ ਵੀ ਅਗਰ ਤੁਹਾਨੂੰ ਲਿਵਰ ਸਿਰੋਸਿਸ ਹੈਗਾ, ਇਹ ਸਟਾਰਟਿੰਗ ਅਗਰ ਤੁਹਾਨੂੰ ਫੈਟੀ ਲਿਵਰ ਹੋ ਗਿਆ ਤਾਂ ਤੁਹਾਨੂੰ ਇਸ ਚੀਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਆਪਾਂ ਜ਼ਰੂਰ ਚੌਥੀ ਸਟੇਜ 'ਤੇ ਜਾ ਕੇ ਹੀ ਇਲਾਜ ਵੱਲ ਨੂੰ ਜਾਈਏ, ਉਸ ਤੋਂ ਪਹਿਲਾਂ ਹੀ ਅਸੀਂ ਇਸ 'ਤੇ ਵਾਪਸੀ ਕਰ ਸਕਦੇ ਹਾਂ। ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ। ਮੈਂ ਕਿਹਾ ਸੀ ਵੀ ਕਈ ਬਿਮਾਰੀਆਂ ਦਾ ਇਲਾਜ ਆ, ਕਿੰਨੀਆਂ ਕੁ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਛੋਟਾ ਜਿਹਾ ਸ਼ੈਸ਼ੇ ਹੈ, ਇਹ ਕਿੰਨੀ ਕੁ ਬਿਮਾਰੀਆਂ ਦਾ ਇਲਾਜ ਕਰ ਸਕਦੀ? ਦੇਖੋ, ਇਹਨੇ ਕੋਈ ਬਿਮਾਰੀ ਨਹੀਂ ਦੇਖਣੀ, ਬਿਮਾਰੀ ਤੁਹਾਡੀ ਬੋਡੀ ਨੇ ਹੀ ਠੀਕ ਕਰਨੀ ਹੈ। ਇਹਨੇ ਤੁਹਾਡੀ ਬੋਡੀ ਨੂੰ ਐਡਾ ਸਟਰੋਂਗ ਕਰ ਦੇਣਾ। ਅਸੀਂ ਖਾਂਦੇ ਕਿਸੇ ਹੋਰ ਬਿਮਾਰੀ ਲਈ ਹਾਂ, ਸਾਡੀ ਠੀਕ ਕੋਈ ਹੋਰ ਬਿਮਾਰੀ ਹੋ ਰਹੀ ਹੁੰਦੀ ਹੈ। ਇਹ ਇਹਦਾ ਜਾਦੂਈ ਕਮਾਲ ਹੈਗਾ, ਠੀਕ ਹੈ ਨਾ। ਕਿਉਂਕਿ ਤੁਹਾਡੀ ਬੋਡੀ ਸਟਰੋਂਗ ਹੈ, ਤੁਹਾਡੀ ਬੋਡੀ ਦੀ ਹਰੇਕ ਸੈੱਲ ਐਕਟੀਵੇਟ ਹੈ, ਪੂਰੇ ਤਿਆਰ ਖੜੇ ਫੌਜੀ ਲੜਨ ਦੇ ਲਈ, ਬਿਮਾਰੀ ਲਈ। ਜਿਹੜਾ ਮਰਜ਼ੀ ਕੀਟਾਣੂ ਆ ਰਿਹਾ ਬਾਹਰੋਂ ਉਹਦੇ ਨਾਲ ਲੜਾਈ ਕਰਦੇ ਆ। ਅਤੇ ਜਿਹੜੇ ਸਾਡੇ ਅੰਗ ਖਰਾਬ ਹੋ ਰਹੇ ਨੇ ਉਹਨਾਂ ਦੀ ਰਿਪੇਅਰ ਕਰਨੀ ਹੈ ਨੇ, ਉਹਦੀ ਜਗ੍ਹਾ 'ਤੇ ਸਟੈਮ ਸੈੱਲ ਨੇ ਉਹਦੇ ਨਾਲ ਖੜ ਜਾਣਾ। ਮਤਲਬ ਹਥਿਆਰ ਬਾਹਰੋਂ ਪੂਰੇ ਦੇ ਦਿੱਤੇ, ਬਿਲਕੁਲ ਜੀ, ਵੱਡੇ ਜਿਹੜੇ ਕਹਿ ਦਿੰਦੇ ਆ ਵੀ ਵਧੀਆ ਹਥਿਆਰ ਦੇ ਦਿੱਤੇ ਤੁਹਾਡੀ ਬੋਡੀ ਨੂੰ, ਹੁਣ ਕਿਸੇ ਵੀ ਬਿਮਾਰੀ ਨਾਲ ਲੜ ਸਕਦੀ। ਅੱਜ ਤੱਕ ਇੰਡੀਆ ਦੇ ਵਿੱਚ ਸਿਰਫ ਸਾਡੀ ਕੰਪਨੀ ਹੈਗੀ ਹੈ ਜਿਹੜੀ ਇਸ ਸਟੈਮ ਸੈੱਲ ਨੂੰ ਔਰਲੀ ਲੈ ਕੇ ਆਈ। ਇਹਨੂੰ ਕਹਿੰਦੇ ਪਲਾਂਟ ਸਟੈਮ ਸੈੱਲ, ਠੀਕ ਹੈ ਨਾ, ਪਲਾਂਟਸ ਬੇਸਡ। ਹਾਂ, ਠੀਕ ਹੈ, ਵਿਚ ਆਰ ਇਕੁਅਲੈਂਟ ਟੂ 80% ਹਿਊਮਨ ਸਟੈਮ ਸੈੱਲ। ਹੁਣ ਤਾਂ ਕੀ, ਹੁਣ ਅੱਜ ਦੇ ਟਾਈਮ 'ਤੇ ਬੱਚਿਆਂ ਦਾ ਜੋ ਆਪਣਾ ਉਹਨੂੰ ਕਹਿੰਦੇ ਐਂਬਰੀਓ, ਨਾੜੂ ਜਿਹਨੂੰ ਕਹਿੰਦੇ ਹੈਗੇ, ਉਹਨੂੰ ਹੁਣ ਸਟੋਰ ਕਰਨਾ ਸ਼ੁਰੂ ਕਰਤਾ। ਉਹਦੇ ਨਾਲ ਵੀ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਦੀ ਇਲਾਜ ਹੁੰਦਾ ਹੈ। ਅਤੇ ਇਹ ਸਟੈਮ ਸੈੱਲ ਹੈ ਜਿਹੜਾ ਇਹ ਹਿਊਮਨ ਬੋਡੀ ਦੇ ਇਕੁਅਲੈਂਟ ਹੈ, 80% ਹਿਊਮਨ ਬੋਡੀ ਦੇ ਇਕੁਅਲੈਂਟ ਹੈਗਾ ਜੀ। ਤਾਂ ਹੁਣ ਇਹ ਵੀ ਪੁੱਛੂੰਗਾ ਵੀ ਜਿਸ ਚੀਜ਼ 'ਤੇ ਲੋਕੀ ਗੱਲ ਨਹੀਂ ਕਰਨਾ ਚਾਹੁੰਦੇ ਪਰ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੈ, ਉਹਦੀ ਗੱਲ ਕਰਦੇ ਆ ਤਾਂ ਹਰ ਕਿਸੇ ਨੂੰ ਲੋੜ ਵੀ ਪੈਂਦੀ ਹੈ। ਵਿਆਹ ਤੋਂ ਬਾਅਦ ਜੇ ਗੱਲ ਕਰਦੇ ਆ ਤਾਂ ਕਈ ਵਾਰੀ ਬੱਚਾ ਹੋਣ ਦੇ ਵਿੱਚ ਵੀ ਬੜੀ ਪ੍ਰੋਬਲਮ ਆ ਜਾਂਦੀ ਹੈ, ਸੈਕਸ ਪ੍ਰੋਬਲਮਸ ਬੜਿਆਂ ਨੂੰ ਹੋ ਜਾਂਦੀ ਹੈ। ਤਾਂ ਉਸ ਦੇ ਵਿੱਚ ਕਾਰਨ ਕੀ ਆ, ਹੋ ਕਿਉਂ ਰਹੀ ਆ, ਅਤੇ ਉਸ ਦੇ ਵਿੱਚ ਕਿੰਨੀ ਕੁ ਲਾਭਦਾਇਕ ਹੈ? ਦੇਖੋ, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਆਇਆ ਵੀ ਇਹ ਦੋਨੇ ਬਿਮਾਰੀਆਂ ਹਾਰਮੋਨਲ ਚੇਂਜਸ ਕਰਕੇ ਹੁੰਦੀਆਂ ਹੈਗੀਆਂ। ਜਦੋਂ ਸਾਡੀ ਡਾਈਟ ਠੀਕ ਨਹੀਂ ਹੈ, ਅਸੀਂ ਕੈਮੀਕਲ, ਪੈਸਟੀਸਾਈਡ ਇਹ ਚੀਜ਼ਾਂ ਖਾ ਰਹੇ ਹਾਂ, ਬਾਹਰ ਦਾ ਫਾਸਟ ਫੂਡ, ਜੰਕ ਫੂਡ ਇਹ ਚੀਜ਼ਾਂ ਖਾ ਰਹੇ ਹੈਗੇ ਆ, ਤਾਂ ਡੇ ਬਾਏ ਡੇ ਜੇ ਅਗਰ ਸਾਡੇ ਹੋਰ ਔਰਗਨ ਨੂੰ ਇਫੈਕਟ ਹੋਣਾ ਤਾਂ ਸਾਡੇ ਸੈਕਸੁਅਲ ਔਰਗਨਸ 'ਤੇ ਵੀ ਇਫੈਕਟ ਪੈਂਦਾ ਹੈਗਾ। ਲੇਡੀਜ਼ ਦੇ ਵਿੱਚ ਕੀ ਹੈ, ਮੈਂਸਟਰੂਅਲ ਪੀਰੀਅਡਸ ਨਹੀਂ ਠੀਕ ਹੈ ਰਹੇ, ਜਿਹਦੇ ਕਰਕੇ ਉਹਨਾਂ ਨੂੰ ਬਾਅਦ 'ਚੋਂ ਗਰਭ ਧਾਰਨ ਕਰਨ ਦੇ ਵਿੱਚ ਪਰੇਸ਼ਾਨੀ ਆਉਂਦੀ ਹੈਗੀ ਹੈ। ਅਤੇ ਜੋ ਮੇਲ ਹੈਗੇ ਆ ਉਹਨਾਂ ਦੇ ਵਿੱਚ ਵੀ ਕਾਫੀ ਸਮੱਸਿਆ ਆਉਂਦੀਆਂ ਹੈਗੀਆਂ, ਜਿਹਦਾ ਕਿ ਤੁਹਾਨੂੰ ਦੱਸਿਆ ਵੀ 100 ਬਿਮਾਰੀਆਂ ਕੀ ਏਕ ਦਵਾ, 100 ਨਹੀਂ 1000 ਹੀ ਤੁਸੀਂ ਕਹਿ ਲਓ। ਹਾਂ, ਜਿਹੜੀ ਮਰਜ਼ੀ ਬਿਮਾਰੀ ਹੈਗੀ ਆ ਉੱਥੇ ਇਹੀ ਇਕੱਲਾ ਤੁਸੀਂ ਇਨਟੇਕ ਕਰੋਗੇ, ਤੁਹਾਡਾ ਸਰੀਰ ਬਿਲਕੁਲ ਵਧੀਆ ਹੋ ਜਾਏਗਾ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਮੈਂ ਕਿੱਦਾਂ ਠੀਕ ਹੋ ਰਿਹਾ। ਪਰ ਇਹਨੂੰ ਇਸ ਹਿਸਾਬ ਨਾਲ ਖਾਣਾ, ਇਟਸ ਏ ਪਾਰਟ ਆਫ ਡਾਈਟ, ਇੱਕ ਡਾਈਟ ਦਾ ਹਿੱਸਾ ਬਣਾ ਕੇ। ਮੈਂ ਹੀ ਪੁੱਛਣ ਲੱਗਾ ਸੀ ਵੀ ਖਾਣਾ ਕਿੱਦਾਂ, ਇਹ ਵੀ ਸਮਝਾਓ ਲੋਕਾਂ ਨੂੰ ਵੀ ਅਸਲ ਦੇ ਵਿੱਚ ਲੈਣਾ ਕਿੱਦਾਂ, ਵੀ ਅਸੀਂ ਇਸ ਵੀਡੀਓ ਨਾਲ ਲੋਕਾਂ ਨੂੰ ਇਹ ਵੀ ਦੱਸ ਸਕੀਏ ਵੀ ਇਹ ਕਿੱਦਾਂ ਜੇ ਸੇਵਨ ਕਰਨਾ ਤਾਂ ਕਿਸ ਹਿਸਾਬ ਨਾਲ ਕਰਨਾ। ਦੇਖੋ, ਇਹ ਸਵੇਰੇ ਖਾਲੀ ਪੇਟ ਖਾਣਾ ਹੁੰਦਾ, ਇਹਦੇ ਵਿੱਚ 1.5 ਗ੍ਰਾਮ ਡੋਜ਼ ਹੁੰਦੀ ਹੈਗੀ ਹੈ। ਇਹ ਸਿੱਧਾ ਇਨਸਰਟ ਆਪਣਾ ਟੰਗ ਦੇ ਨੀਚੇ ਜੀਭ ਦੇ ਥੱਲੇ ਰੱਖਣਾ ਹੈਗਾ। ਇਹ ਥਰੂ ਸਾਡੇ ਸਬਲਿੰਗੁਅਲ ਗਲੈਂਡਸ, ਜੀਭ ਦੇ ਥੱਲੇ ਸਾਡੇ ਪੋਰ ਹੁੰਦੇ ਆ ਜਿਨ੍ਹਾਂ ਦੇ ਥਰੂ ਸਾਡੇ ਡਾਇਰੈਕਟ ਬਲੱਡ ਦੇ ਵਿੱਚ ਚਲੇ ਜਾਂਦਾ ਹੈਗਾ। ਬਾਕੀ ਜਿਹੜੀ ਰਿਮੇਨਿੰਗ ਦਵਾਈ ਹੈ ਉਸ ਤੋਂ 5 ਮਿੰਟ ਬਾਅਦ ਇੱਕ ਪਾਣੀ ਦਾ ਗਲਾਸ ਪੀ ਲੈਣਾ ਹੈਗਾ, ਠੀਕ ਹੈ ਨਾ। ਉਹ ਫਿਰ ਰਿਮੇਨਿੰਗ ਦਵਾਈ ਸਾਡੇ ਸਟਮਕ ਦੇ ਥਰੂ ਅੰਦਰ ਕਲੀਨਜ਼ਿੰਗ ਕਰਦੀ ਹੈਗੀ ਹੈ, ਹਰੇਕ ਜਗ੍ਹਾ 'ਤੇ ਜਿੱਥੇ ਸੈਲਸ ਦੀ ਜ਼ਰੂਰਤ ਹੈ ਉਹਨਾਂ ਦੀ ਜਾ ਕੇ ਜ਼ਰੂਰਤ ਪੂਰੀ ਕਰਦੀ ਹੈ। ਇਹਦੇ ਵਿੱਚ ਇੱਕ ਹੋਰ 3 ਤੋਂ 4 ਲੀਟਰ ਪਾਣੀ ਡੇਲੀ ਜਿਹੜਾ ਇਨਟੇਕ ਕਰੇਗਾ ਉਹਨੂੰ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਹੈਗਾ। ਆਮ ਤੌਰ 'ਤੇ ਕੀ ਹੈ, ਸਾਡੇ ਲੇਡੀਜ਼ 'ਚ ਖਾਸ ਕਰ ਜਨਾਨੀਆਂ ਪਾਣੀ ਪੀਂਦੀਆਂ ਹੀ ਨਹੀਂ, ਠੀਕ ਹੈ ਨਾ। ਬੰਦੇ ਵੀ ਕੰਮ ਤੇ ਗਏ ਹੁੰਦੇ ਆ, ਆਪਣੇ ਵਰਕ ਤੇ ਬੈਠੇ ਹੋਏ ਨੇ, ਧਿਆਨ ਹੀ ਨਹੀਂ ਹੁੰਦਾ ਵੀ ਪਾਣੀ ਵੀ ਪੀਣਾ। ਅਤੇ ਦੇਖੋ, ਸਭ ਤੋਂ ਜ਼ਿਆਦਾ ਸਮੱਸਿਆ ਪਾਣੀ ਘੱਟ ਪੀਣ ਕਰਕੇ ਆਉਂਦੀ ਹੈਗੀ ਹੈ। ਦੇਖੋ, ਕਿਡਨੀ ਦੀ ਪ੍ਰੋਬਲਮ, ਕਿਡਨੀ ਸਟੋਨ ਆ ਰਹੇ ਹੈ, ਗਾਲ ਬਲੈਡਰ ਸਟੋਨ ਆ ਰਿਹਾ, ਇਹ ਸਾਰਾ ਕੁਝ ਪਾਣੀ ਘੱਟ ਪੀਣ ਦੀ ਵਜ੍ਹਾ ਦੇ ਨਾਲ ਹੈਗਾ।
ਜਦੋਂ ਤੁਸੀਂ ਪਾਣੀ ਪ੍ਰੋਪਰ ਪੀ ਰਹੇ ਹੈਗੇ ਹੋ, ਅਰਥਰਾਈਟਿਸ ਦੀ ਸਮੱਸਿਆ, ਗੋਡਿਆਂ 'ਚ ਦਰਦ, ਗਾਊਟ ਹੋ ਗਿਆ, ਠੀਕ ਹੈ ਨਾ, ਇਹ ਸਾਰੀਆਂ ਸਮੱਸਿਆ ਪਾਣੀ ਘੱਟ ਪੀਣਾ। ਇਹਦੇ ਨਾਲ ਜਿਹੜਾ 4 ਲੀਟਰ ਪਾਣੀ ਪੀਂਦਾ ਰਹੇਗਾ ਉਹਨੂੰ ਪਹਿਲੇ ਹਫਤੇ ਦੇ ਵਿੱਚ ਇੰਨਾ ਵਧੀਆ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ। ਉਹਦਾ ਕੋਈ ਪੇਟ ਦੀ ਸਮੱਸਿਆ ਨਹੀਂ। ਸੈਕੰਡਲੀ, ਪੇਟ ਦੀਆਂ ਬਿਮਾਰੀਆਂ, ਕੌਨਸਟੀਪੇਸ਼ਨ ਅੱਜ ਬਹੁਤ ਵੱਡੀ ਬਿਮਾਰੀ ਹੈਗੀ ਹੈ, ਠੀਕ ਹੈ ਨਾ। ਜਿਹਨੂੰ ਕੌਨਸਟੀਪੇਸ਼ਨ ਹੈ ਉਹਨੂੰ ਅਣਗਿਣਤ ਬਿਮਾਰੀਆਂ ਲੱਗ ਜਾਂਦੀਆਂ। ਕੋਈ ਉਹਦਾ ਸਿਰ ਦਰਦ ਹੋ ਰਿਹਾ, ਐਸਿਡਿਟੀ, ਗੈਸ ਦੀ ਸਮੱਸਿਆ। ਸੈਕੰਡਲੀ, ਇਹਦਾ ਪੀਐਚ ਲੈਵਲ ਬਿਲਕੁਲ 7.4 ਤੋਂ ਉੱਪਰ ਹੈ, ਬੋਡੀ ਨੂੰ ਐਲਕਲਾਈਨ ਰੱਖਦੀ ਹੈਗੀ ਹੈ। ਜਦੋਂ ਤੁਹਾਡੀ ਐਲਕਲਾਈਨ ਬੋਡੀ ਹੋਏਗੀ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ, ਠੀਕ ਹੈ ਨਾ। ਇਹਦਾ ਮੈਂ ਤਾਂ ਉਹੀ ਕਿਹਾ ਵੀ ਇਹ ਇੱਕ ਅੰਮ੍ਰਿਤ ਹੈ। ਇੰਨੀਆਂ ਜਗ੍ਹਾ ਦੇ ਵਿੱਚ ਇਹ ਕੰਮ ਆਉਂਦੀ ਹੈਗੀ ਆ ਵੀ ਤੁਸੀਂ ਇਹਦਾ ਵਰਣਨ ਹੀ ਨਹੀਂ ਕਰ ਸਕਦੇ, ਠੀਕ ਹੈ ਨਾ। ਥਾਇਰਾਇਡ ਦੇ ਵਿੱਚ ਵੀ ਲਾਹੇਵੰਦ, ਬਿਲਕੁਲ ਬਿਲਕੁਲ। ਥਾਇਰਾਇਡ ਵੀ ਦੇਖੋ, ਉਹ ਵੀ ਇੱਕ ਇੰਬੈਲੈਂਸ ਹੋਇਆ ਹੋਇਆ, ਠੀਕ ਹੈ ਨਾ। ਹਾਰਮੋਨਲ ਡਿਜ਼ੀਜ਼ ਹੈ, ਉਹਦੇ ਅਸੀਂ ਪੇਸ਼ੈਂਟ ਠੀਕ ਕੀਤੇ ਥਾਇਰਾਇਡ ਦੇ, ਜਿਨ੍ਹਾਂ ਦੇ ਕੀ ਸੀਗਾ ਵੀ ਉਹ ਆਪਣਾ ਇੱਕ ਤਾਂ ਮੋਟਾਪਾ ਵੱਧ ਜਾਂਦਾ ਹਾਈਪਰਥਾਇਰੋਇਡਿਜ਼ਮ ਦੇ ਵਿੱਚ। ਉਹ ਕਹਿੰਦੇ ਮੈਂ ਰੋਟੀਆਂ ਤਾਂ 2 ਖਾਂਦੀ ਹਾਂ, ਪਰ ਲੱਗਦਾ ਇੱਦਾਂ ਵੀ ਸਾਰੇ ਘਰ ਦੀਆਂ ਰੋਟੀਆਂ ਮੈਂ ਹੀ ਖਾਂਦੀ ਹਾਂ। ਬਟ ਉਹ ਕੀ ਹੋ ਗਿਆ, ਹਾਈਪਰਥਾਇਰੋਇਡਿਜ਼ਮ, ਵੀ ਪਾਣੀ ਦਾ ਗਲਾਸ ਵੀ ਲੱਗਦਾ ਉਹਨਾਂ ਨੂੰ, ਠੀਕ ਹੈ ਨਾ, ਸਰੀਰ ਫੁੱਲੀ ਜਾਊਗਾ। ਇਹਨੇ ਜਦੋਂ ਥਾਇਰਾਇਡ ਨੂੰ ਬੈਲੈਂਸ ਕਰਨਾ ਹੈਗਾ, ਸਲੋਲੀ ਜੋ ਤੁਹਾਡਾ 10-10 ਕਿਲੋ ਤੱਕ weight ਪੇਸ਼ੈਂਟਸ ਦਾ ਘੱਟ ਹੋਇਆ ਹੈਗਾ ਇਹਦੇ ਨਾਲ, ਠੀਕ ਹੈ ਨਾ। ਥਾਇਰਾਇਡ ਦੀ ਗੋਲੀ ਬੰਦ ਹੋ ਗਈ ਹੈ। ਜਿਹੜੇ 75 mg ਤੱਕ ਅਲਟਰੋਕਸਿਨ ਵਗੈਰਾ 100 mg ਖਾਂਦੇ ਸੀਗੇ, ਉਹਨਾਂ ਦੀ ਵੀ ਟੈਬਲੇਟ ਬੰਦ ਹੋ ਗਈਆਂ, ਠੀਕ ਹੈ ਨਾ। ਸਲੋਲੀ, ਪਰ ਥੋੜਾ ਪੇਸ਼ੈਂਸ ਰੱਖ ਕੇ ਅਗਰ ਦਵਾਈ ਖਾਏਗਾ ਨਾ, ਪਰ ਇਹਦੇ ਨਾਲ ਜਦੋਂ ਠੀਕ ਹੋ ਗਿਆ ਫਿਰ ਦੁਬਾਰਾ ਬਿਮਾਰੀ ਲੱਗੇਗੀ ਨਹੀਂ, ਅਗਰ ਪੇਸ਼ੈਂਟ ਸਾਡੇ ਹਿਸਾਬ ਨਾਲ, ਹਾਂਜੀ, ਜੜ ਤੋਂ ਖਤਮ ਹੋਏਗੀ। ਬਿਲਕੁਲ ਜੀ। ਤਾਂ ਇਹ ਵੀ ਗੱਲ ਦੱਸੋ ਵੀ ਤੁਸੀਂ ਕਿਹਾ ਵੀ ਥਾਇਰਾਇਡ ਵਾਲੇ ਪੇਸ਼ੈਂਟਸ ਦਾ weight ਘਟਦਾ, ਪਰ ਆਮ ਜਿਹੜਾ ਵਿਅਕਤੀ ਆ ਉਹ ਇਸ ਨੂੰ ਲਏਗਾ ਕਿ ਇਸ ਨਾਲ ਉਹਦਾ ਵੀ weight ਘਟ ਸਕਦਾ? ਨਹੀਂ, ਦੇਖੋ ਇਹ ਸੇਮ ਮੈਡੀਸਨ ਅੰਡਰਵੇਟ ਨੂੰ ਬਰਾਬਰ ਕਰਦੀ ਹੈ, ਓਵਰਵੇਟ ਨੂੰ ਬਰਾਬਰ ਕਰਦੀ ਹੈਗੀ ਹੈ। ਦੇਖੋ ਇੱਕੋ ਹੀ ਦਵਾਈ weight ਘਟਾਉਂਦੀ ਵੀ ਹੈ, weight ਵਧਾਉਂਦੀ ਵੀ ਹੈ, ਠੀਕ ਹੈ ਨਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਇਹਨੇ ਬਿਮਾਰੀ ਦੇ ਕੰਮ ਨਹੀਂ, ਤੁਹਾਡੀ ਬੋਡੀ ਦੀ ਜੋ ਰਿਕੁਆਇਰਮੈਂਟ ਹੈ ਉੱਤੇ ਕੰਮ ਕਰਨਾ ਹੈਗਾ। ਤੁਹਾਡੀ ਬੋਡੀ ਦੇ ਜੇ ਮਸਲ ਦੀ ਆਪਣਾ ਜੇ weight ਦੀ ਰਿਕੁਆਇਰਮੈਂਟ ਹੈਗੀ ਹੈ, ਵੈਸੇ ਤਾਂ ਇਕੁਅਲ weight ਅੱਜ ਦੇ ਟਾਈਮ ਦੇ ਵਿੱਚ ਅਸੀਂ ਜੋ ਹਿਸਾਬ ਨਾਲ ਕੈਲਕੂਲੇਸ਼ਨ ਕਰਦੇ ਹਾਂ, 1 ਇੰਚ ਇਜ਼ ਇਕੁਅਲ ਟੂ 1 ਕਿਲੋ। ਜੇ ਤੁਹਾਡਾ 5 ਫੁੱਟ 10 ਇੰਚ ਹੈਗਾ, ਬਾਹਰੋਂ 5 60 ਤੇ 10 70 ਕਿਲੋ weight ਤੁਹਾਡਾ ਹੋਵੇ ਤਾਂ ਤੁਹਾਡਾ ਠੀਕ ਹੈ। ਜਿਹਦਾ 60 ਕਿਲੋ ਹੈ ਅੰਡਰਵੇਟ ਹੈ, ਜਿਹਦਾ 80 ਕਿਲੋ ਓਵਰਵੇਟ ਹੈ, ਇਹਨੇ ਬਰਾਬਰ ਕਰ ਦੇਣਾ, ਠੀਕ ਹੈ ਨਾ। ਇਹ ਓਵਰਵੇਟ ਤੇ ਵੀ ਕੰਮ ਕਰਦੀ ਹੈ, ਅੰਡਰਵੇਟ ਤੇ ਵੀ ਕੰਮ ਕਰਦੀ ਹੈ। ਤਾਂ ਹੁਣ ਮੈਨੂੰ ਇੱਕ ਹੋਰ ਗੱਲ ਦੱਸੋ, ਕਿਡਨੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਆ। ਜਿਵੇਂ ਪੇਟ ਦੀ ਬਿਮਾਰੀਆਂ ਦੀ ਮੈਂ ਗੱਲ ਕੀਤੀ, ਲੀਵਰ ਦੀ ਤੁਸੀਂ ਗੱਲ ਕੀਤੀ, ਤਾਂ ਲੀਵਰ ਦੇ ਨਾਲ ਹੀ ਜੇ ਗੱਲ ਕਰਦੇ ਆ, ਕਿਡਨੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਆ। ਇੱਥੇ ਤੱਕ ਕਿ ਲੋਕਾਂ ਨੂੰ ਟਰਾਂਸਪਲਾਂਟ ਤੱਕ ਕਰਾਉਣਾ ਪੈਂਦਾ, ਜਿਵੇਂ ਹੋਰ ਵੀ ਕਾਫੀ ਪ੍ਰੋਬਲਮਸ ਹੁੰਦੀਆਂ ਨੇ। ਜੀ ਬਿਲਕੁਲ ਜੀ। ਅੱਜ ਦੇ ਟਾਈਮ ਦੇ ਵਿੱਚ ਕਿਡਨੀ ਦੇ ਪੇਸ਼ੈਂਟ ਕਾਫੀ ਸਾਡੇ ਕੋਲ ਆਉਂਦੇ ਆ। ਕਿਡਨੀ ਫੇਲੀਅਰ ਦੇਖੋ ਉਹਦਾ ਸਭ ਤੋਂ ਵੱਡਾ ਕਾਰਨ ਹੈ 2 ਬਿਮਾਰੀਆਂ, ਬਲੱਡ ਪ੍ਰੈਸ਼ਰ ਔਰ ਸ਼ੂਗਰ। ਜਿਨ੍ਹਾਂ ਨੂੰ ਇਹ 2 ਬਿਮਾਰੀਆਂ, ਉਹਨਾਂ ਨੂੰ ਕਿਡਨੀ ਫੇਲੀਅਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਹਨ। ਦੇਖੋ ਜਦੋਂ ਕਿਡਨੀ ਫੇਲੀਅਰ ਹੋ ਗਈ, ਪੇਸ਼ੈਂਟ ਨੂੰ ਇੱਕੋਦਮ ਸਡਨ ਸ਼ੌਕ ਲੱਗਦਾ ਹੈਗਾ। ਉਹ ਡਾਕਟਰ ਕੋਲ ਜਾਂਦਾ ਵੀ ਡਾਕਟਰ ਸਾਹਿਬ ਯਾਰ ਮੈਨੂੰ ਦਿੱਕਤ ਹੋ ਰਹੀ ਹੈ, ਮੇਰਾ ਯੂਰਿਨ ਆਊਟਪੁੱਟ ਘੱਟ ਹੋ ਰਹੀ ਹੈ, ਮੇਰੇ ਪੈਰਾਂ 'ਤੇ ਸਵੈਲਿੰਗ ਆ ਰਹੀ ਹੈ, ਮੇਰੇ ਚਿਹਰੇ 'ਤੇ ਸਵੈਲਿੰਗ ਆ ਰਹੀ ਹੈ। ਡਾਕਟਰ ਨੂੰ ਕਹਿੰਦੇ ਵੀ ਤੂੰ ਆਪਣਾ RFT ਟੈਸਟ ਕਰਵਾ ਲਾ। ਉਹ 'ਚ ਪਤਾ ਲੱਗਦਾ ਕ੍ਰੈਟਿਨਿਨ 4 ਪੁਆਇੰਟ 'ਤੇ ਪਹੁੰਚ ਗਿਆ, ਯੂਰੀਆ ਜਿਹੜਾ 9800 'ਤੇ ਪਹੁੰਚ ਗਿਆ ਹੈਗਾ। ਇਹਦਾ ਮਤਲਬ ਤੁਹਾਡੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ, ਕਿਡਨੀ ਨੇ ਵਰਕਿੰਗ ਕਰਨਾ ਬੰਦ ਕਰਤਾ ਹੈ। ਅੱਛਾ, ਉਹਦੇ ਵਿੱਚ ਕੀ ਹੈ, ਜਦੋਂ ਇੱਕ ਵਾਰੀ ਤੁਹਾਡੀ ਕਿਡਨੀ ਖਰਾਬ ਹੋ ਗਈ ਤੇ ਮਾਡਰਨ ਸਾਇੰਸ ਦੇ ਵਿੱਚ 2 ਇਲਾਜ ਹੈ, ਜਾਂ ਤਾਂ ਇਹਨੂੰ ਤੁਸੀਂ ਡਾਇਲਸਿਸ ਕਰਵਾਉਂਦੇ ਰਹੋ ਤੇ ਜਾਂ ਇਹਨੂੰ ਟਰਾਂਸਪਲਾਂਟ ਕਰਵਾ ਲਓ। ਟਰਾਂਸਪਲਾਂਟ ਵੀ ਬਹੁਤ ਈਜ਼ੀ ਪ੍ਰੋਸੀਜਰ ਨਹੀਂ ਹੈਗਾ, ਉਹਦੇ ਵਿੱਚ ਤੁਹਾਡਾ ਡੋਨਰ ਤੁਹਾਡਾ ਆਪਣਾ ਇੱਕ ਬਲੱਡ ਰਿਲੇਸ਼ਨ ਦੇ ਵਿੱਚ ਹੀ ਹੋਣਾ ਚਾਹੀਦਾ ਹੈਗਾ, ਤੇ ਕਾਫੀ ਲੰਬੇ ਪ੍ਰੋਸੀਜਰ ਹੈਗੇ। ਤਾਂ ਜਾਂ ਫਿਰ ਪੇਸ਼ੈਂਟ ਨੂੰ ਡਾਇਲਸਿਸ, ਅੱਜ ਦੇ ਟਾਈਮ ਦੇ ਵਿੱਚ ਹਸਪਤਾਲ ਭਰੇ ਪਏ ਨੇ, ਡਾਇਲਸਿਸ ਯੂਨਿਟ ਲੱਗੇ ਹੋਏ ਨੇ, ਆਓ ਹਫਤੇ ਬਾਅਦ 5-6 ਦਿਨਾਂ ਬਾਅਦ ਡਾਇਲਸਿਸ ਕਰਾ ਕੇ ਚਲੇ ਜਾਓ। ਜਿਹਦਾ ਕਿ ਪੇਸ਼ੈਂਟ ਇੱਕ ਟਾਈਮ ਤੋਂ ਬਾਅਦ ਇੰਨਾ ਕਿ ਜ਼ਿਆਦਾ ਇਰੀਟੇਟ ਹੋ ਜਾਂਦਾ ਹੈ। ਡਾਇਲਸਿਸ ਕਰਵਾਉਣ ਦੇ ਲਈ 4-5-6 ਘੰਟੇ ਲੱਗਦੇ ਹਨ। ਉਹ ਅੱਜ ਡਾਇਲਸਿਸ ਕਰਾ ਕੇ ਜਾਂਦਾ, ਅਗਲੇ ਡਾਇਲਸਿਸ ਦਾ ਇੰਤਜ਼ਾਰ ਹੁੰਦਾ ਉਹਨੂੰ। ਇਹ ਜਿਹੜੀ ਸਟੈਮ ਸੈੱਲ ਹੈਗਾ, ਇਹਦੇ ਨਾਲ ਕਿਡਨੀ ਦੇ ਜਿਹੜੇ ਨੈਫਰੋਨਸ ਹੈ ਬੰਦ ਹੋ ਗਏ ਨੇ, ਕਿਡਨੀ ਦੀ ਵਰਕਿੰਗ ਘੱਟ ਗਈ ਹੈਗੀ ਹੈ, ਕਿਡਨੀ ਸੈੱਲ ਨੂੰ ਐਕਟੀਵੇਟ ਕਰਦਾ ਹੈ, ਕਿਡਨੀ ਦੁਆਰਾ ਆਪਣਾ ਰੀਐਕਟੀਵੇਟ ਹੋਣਾ ਸ਼ੁਰੂ ਹੋ ਜਾਂਦੀ ਹੈਗੀ ਹੈ। ਇਹਦੇ ਨਾਲ ਅਸੀਂ ਕਿਡਨੀ ਦੇ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਦੇ ਡਾਇਲਸਿਸ ਦੀ ਡਿਊਰੇਸ਼ਨ ਘਟਦੀ ਹੈਗੀ ਹੈ। ਇਹਦਾ ਮਤਲਬ ਤੁਹਾਡੀ ਕਿਡਨੀ ਨੇ ਕੰਮ ਕਰਨਾ ਸਟਾਰਟ ਕਰਤਾ ਹੈਗਾ। ਜਿੱਦਾਂ ਡਿਊਰੇਸ਼ਨ ਇੱਦਾਂ ਵੀ ਮੰਨ ਲਓ ਵੀ ਤੁਹਾਨੂੰ ਹਫਤੇ ਬਾਅਦ ਡਾਇਲਸਿਸ ਹੁੰਦਾ ਹੈਗਾ, ਅਤੇ ਉਸ ਤੋਂ ਬਾਅਦ ਤੁਹਾਡਾ ਕ੍ਰੈਟਿਨਿਨ ਵਧਣਾ ਜਦੋਂ, ਤੇ ਡਾਕਟਰ ਨੇ ਕਹਿਣਾ ਡਾਇਲਸਿਸ ਕਰਵਾ ਲਓ। ਇਹਨੇ ਤੁਹਾਡਾ ਸਲੋਲੀ ਪਹਿਲਾਂ ਨਾ ਉਹ ਡਾਇਲਸਿਸ ਦੀ ਡਿਊਰੇਸ਼ਨ ਵਧਾਉਣੀ ਹੋਵੇ, ਤੁਹਾਨੂੰ 15 ਦਿਨ ਬਾਅਦ ਜਾਂ ਮਹੀਨੇ ਬਾਅਦ ਕਿਤੇ ਕਰਵਾਉਣ ਦੀ ਲੋੜ ਪੈ ਗਈ, ਜਦੋਂ 8-9 ਤੱਕ ਪਹੁੰਚ ਗਿਆ ਕ੍ਰੈਟਿਨਿਨ।
ਅਬਲਾ ਦੂਜੇ ਤੀਜੇ ਮਹੀਨੇ ਬਾਅਦ ਉਹਦਾ ਡਾਇਲਿਸਿਸ ਬੰਦ ਹੋ ਜਾਂਦਾ ਹੈ। ਜਦੋਂ ਡਾਇਲਿਸਿਸ ਬੰਦ ਹੋ ਗਿਆ ਪੇਸ਼ੈਂਟ ਆਪਣੇ ਆਪ ਨੂੰ ਬੈਟਰ ਫੀਲ ਕਰਨਾ, ਪਰ ਉਹਦੇ ਵਿੱਚ ਅਸੀਂ ਇੱਕ ਡਾਈਟ ਚਾਰਟ ਬਣਾਇਆ ਹੋਇਆ ਹੈ, ਉਹ ਡਾਈਟ ਚਾਰਟ ਫੋਲੋ ਕਰਨਾ। ਪੇਸ਼ੈਂਟ ਨੂੰ ਪਤਾ ਹੀ ਨਹੀਂ ਹੈਗਾ ਉਹ ਡਿਜ਼ੀਜ਼ ਉਹ ਆਪਣਾ ਖਾਣਾ ਖਾ ਰਿਹਾ ਜਿਹੜਾ ਕਿ ਕਿਡਨੀ ਨੂੰ ਖੁਦ ਨੁਕਸਾਨ ਪਹੁੰਚਾਉਂਦਾ ਹੈਗਾ। ਉਹਦਾ ਅਸੀਂ ਇੱਕ ਅਲੱਗ ਤੋਂ ਡਾਈਟ ਚਾਰਟ ਬਣਾਇਆ ਹੋਇਆ, ਉਹ ਅਸੀਂ ਪੇਸ਼ੈਂਟ ਫੋਲੋ ਕਰੇ, ਨਾਲ ਸਾਡੀ ਇਹ ਦਵਾਈ ਲਵੇ ਤਾਂ ਸਾਰਾ ਕੁਝ ਬਹੁਤ ਅੱਛਾ ਹੋ ਜਾਂਦਾ ਹੈ। ਮਤਲਬ ਡਾਇਲਿਸਿਸ ਤੱਕ ਵਿਅਕਤੀ ਦਾ ਘਟਾ ਦਿੰਦੀ, ਤੁਸੀਂ ਇਹ ਗੱਲ ਕਹਿ ਰਹੇ ਹੋ। ਕਈ ਵਾਰੀ ਹੁੰਦਾ ਮਹੀਨੇ ਦੇ ਵਿੱਚ 6-6 ਵਾਰੀ ਕਰਾਉਣਾ ਪੈਂਦਾ, 6 ਵਾਰੀ ਕਰਵਾਉਣਾ ਪੈਂਦਾ। ਪਹਿਲੇ ਮਹੀਨੇ ਉਹਦੀ ਡਾਇਲਿਸਿਸ ਦੀ ਡਿਊਰੇਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਠੀਕ ਹੈ ਨਾ, ਕਿਉਂਕਿ ਸਾਡੇ ਕੋਲ ਤਾਂ ਆਪਸ਼ਨ ਹੀ ਕੋਈ ਨਹੀਂ ਹੈਗੀਆਂ। ਸਾਡੇ ਕੋਲ ਡਾਇਲਿਸਿਸ ਦੀ ਆਪਸ਼ਨ ਹੈ ਜਾਂ ਸਾਨੂੰ ਟ੍ਰਾਂਸਪਲਾਂਟ ਦੀ ਆਪਸ਼ਨ ਹੈ। ਤੁਸੀਂ ਖਾ ਕੇ ਤਾਂ ਦੇਖੋ, ਸਾਡੇ ਤੋਂ ਪੇਸ਼ੈਂਟ ਪਹਿਲੇ ਦਿਨ ਹੀ ਪੁੱਛੂਗਾ ਕਿੱਦਣ ਠੀਕ ਹੋ ਜਾਊਗਾ, ਵੀ ਤੁਸੀਂ ਯਾਰ ਸ਼ੁਰੂ ਤਾਂ ਕਰੋ ਪਹਿਲਾਂ, ਠੀਕ ਹੈ ਨਾ। ਬਿਮਾਰੀਆਂ ਐਡੀਆਂ ਵੱਡੀਆਂ ਤੇ ਆਪਾਂ ਰਿਜ਼ਲਟ ਕਹਿੰਦੇ ਆ ਵੀ ਹਾਂ ਨਾਲ ਸਾਨੂੰ ਰਿਜ਼ਲਟ ਮਿਲ ਜੇ, ਹੁਣੇ ਹੀ ਮਿਲ ਜੇ। ਇਹਨੇ ਦੇਖੋ ਜਦੋਂ ਕਿਡਨੀ ਪੇਸ਼ੈਂਟ ਦੀ ਕਿਉਂਕਿ ਉਹਦੀ ਫਿਰ ਡਾਈਟ ਘਟ ਜਾਂਦੀ ਹੈ, ਐਚਬੀ ਉਹਦਾ ਬਰਨ ਹੋਣਾ ਸ਼ੁਰੂ ਹੋ ਜਾਂਦਾ, ਐਚਬੀ ਘਟਣਾ। ਇਹਨੇ ਸਭ ਤੋਂ ਪਹਿਲਾਂ ਤੁਹਾਡੀ ਬੋਡੀ ਨੂੰ ਸਟੀਮੂਲੇਟ ਕਰਨਾ, ਬੋਡੀ ਨੂੰ ਉਹਦੇ ਕਾਬਲ ਕਰਨਾ ਵੀ ਇਹ ਚੀਜ਼ਾਂ ਨਾ ਘਟਣ, ਬੋਡੀ ਨੂੰ ਸਟਰੋਂਗ ਬਣਾਉਣਾ, ਜਿਹਦੇ ਕਰਕੇ ਹੌਲੀ ਹੌਲੀ ਤੁਹਾਡੇ ਜੋ ਕਿਡਨੀ ਸੈੱਲ ਐਕਟੀਵੇਟ ਹੋ ਜਾਂਦੇ ਹੈਗੇ ਆ ਅਤੇ ਤੁਹਾਡੀ ਕਿਡਨੀ ਵਰਕਿੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਹੁਣ ਨਾ ਇੱਕ ਬੜਾ ਜ਼ਿਆਦਾ ਹੋ ਗਿਆ ਜੋੜਾਂ ਦਾ ਦਰਦ। ਪਹਿਲਾਂ ਤਾਂ ਬਜ਼ੁਰਗਾਂ ਦੇ ਵਿੱਚ ਸੁਣੀਦਾ ਸੀ, ਬਜ਼ੁਰਗਾਂ ਦੇ ਵਿੱਚ ਵੀ ਪਹਿਲਾਂ ਇਹ ਸੁਣਨ ਨੂੰ ਮਿਲਦਾ ਸੀ, ਇਹ ਵੀ 10-15 ਸਾਲ ਪਹਿਲਾਂ ਹੀ ਬਜ਼ੁਰਗਾਂ ਦੇ ਵਿੱਚ ਸੁਣਨ ਨੂੰ ਮਿਲਿਆ। ਪਰ ਹੁਣ ਦੀ ਜੇ ਅੱਜ ਦੀ ਡੇਟ ਦੀ ਗੱਲ ਕਰਦੇ ਆ ਤਾਂ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ। ਨੌਜਵਾਨ ਜਿਹੜਾ ਕਈ ਵਾਰੀ ਕਾਲਜ ਜਾਂ ਸਕੂਲ ਜਾਂਦਾ ਹੁੰਦਾ ਉਹ ਹੀ ਕਹਿਣ ਲੱਗ ਜਾਂਦਾ ਯਾਰ ਜੋੜਾਂ ਦੇ ਵਿੱਚ ਦਰਦ ਹੋ ਰਿਹਾ ਮੇਰੇ, ਤਾਂ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ। ਜੀ ਬਿਲਕੁਲ, ਅੱਜ ਕੱਲ੍ਹ ਅਰਥਰਾਈਟਿਸ ਗਾਊਟ ਬਹੁਤ ਜ਼ਿਆਦਾ ਹੈ, ਕਿਉਂਕਿ ਮੂਵਮੈਂਟ ਘਟ ਗਈ ਹੈ, ਮੂਵਮੈਂਟ ਉਨੀ ਜ਼ਿਆਦਾ ਨਹੀਂ ਹੈ। ਏਸੀ ਕਮਰੇ 'ਚ ਉੱਠਣਾ ਹੈ, ਪਸੀਨਾ ਨਹੀਂ ਬਹਾਉਂਦੇ ਹੈਗੇ, ਠੀਕ ਹੈ ਨਾ। ਅਤੇ ਉਹਦੇ ਨਾਲ ਕੀ ਹੈ, ਕੈਲਸ਼ੀਅਮ ਦੀ ਲੈਕ ਆਫ ਕੈਲਸ਼ੀਅਮ, ਯੂਰਿਕ ਐਸਿਡ ਜਦੋਂ ਤੁਹਾਡਾ 1 ਸਾਲ 10 ਪੁਆਇੰਟ ਤੋਂ ਜ਼ਿਆਦਾ ਰਹਿਣਾ ਸ਼ੁਰੂ ਹੋ ਗਿਆ, ਤੁਹਾਨੂੰ ਹਰ ਹਾਲਤ ਦੇ ਵਿੱਚ ਅਰਥਰਾਈਟਿਸ ਹੋਣਾ ਹੀ ਹੋਣਾ ਹੈ। ਔਰ ਅਰਥਰਾਈਟਿਸ ਵੀ ਐਸੀ ਬਿਮਾਰੀ ਇੱਕ ਵਾਰੀ ਹੋ ਗਈ ਉਹਦਾ ਵਾਪਸੀ ਨਹੀਂ ਹੈ। ਫਿਰ ਇੱਕ ਟਾਈਮ ਤੋਂ ਬਾਅਦ ਤੁਹਾਡੇ ਜਿਹੜੇ ਬੋਡੀ ਦੇ ਔਰਗਨ ਹੈਗੇ ਆ, ਅੱਪਰ ਲਿੰਬ ਉਹ ਟੇਢੇ ਹੋਣੇ ਸ਼ੁਰੂ ਹੋ ਜਾਂਦੇ, ਬੜੀ ਪੇਨਫੁਲ ਬਿਮਾਰੀ ਹੈਗੀ ਹੈ। ਉਹਦੇ ਨਾਲ ਅਸੀਂ ਹੋਰ ਇੱਕ ਸਾਡੇ ਕੋਲ ਪ੍ਰੋਡਕਟ ਆਉਂਦਾ ਸੀ ਵਕਥਰਨ ਜੂਸ, ਇਹ ਲਦਾਖ ਦੇ ਵਿੱਚ ਇੱਕ ਫਰੂਟ ਹੁੰਦਾ ਜੀ, ਠੀਕ ਹੈ ਨਾ। ਇਹਦੇ ਵਿੱਚ ਓਮੇਗਾ 3, ਓਮੇਗਾ 6, ਓਮੇਗਾ 7 ਔਰ ਓਮੇਗਾ 9 ਇਹ ਹਾਰਟ 'ਤੇ, ਲਿਵਰ 'ਤੇ, ਅਰਥਰਾਈਟਿਸ 'ਤੇ ਕਾਫੀ ਡਿਜ਼ੀਜ਼ ਦੇ ਵਿੱਚ ਨਾਲ ਇਹ ਕੰਮ ਕਰਦਾ ਹੈਗਾ। ਇਹਨੂੰ ਅਸੀਂ ਐਡ ਔਨ ਕਰਦੇ ਹੈਗੇ ਹਾਂ ਤਾਂ ਕਿ ਅਸੀਂ ਮੇਨ ਸਭ ਤੋਂ ਪਹਿਲਾਂ ਬੋਡੀ ਨੂੰ ਸਟਰੋਂਗ ਬਣਾਉਣਾ ਹੈ। ਜਦੋਂ ਬੋਡੀ ਸਟਰੋਂਗ ਹੋ ਗਈ ਆਟੋਮੈਟਿਕਲੀ ਬਿਮਾਰੀਆਂ ਜਾਂਦੀਆਂ ਹੈਗੀਆਂ। ਅਰਥਰਾਈਟਿਸ ਦੇ ਵਿੱਚ ਵੀ ਇਹਦੇ ਮਾਰਵਲਸ ਰਿਜ਼ਲਟ ਹੈਗੇ। ਜਿਹੜੇ ਪੇਸ਼ੈਂਟ ਖਾ ਖਾ ਕੇ ਗੋਲੀਆਂ ਦਰਦਾਂ ਦੀਆਂ, ਉਸ ਤੋਂ ਬਾਅਦ ਫਿਰ ਗੁਰਦੇ ਉੱਡ ਜਾਂਦੇ ਆ, ਠੀਕ ਹੈ ਨਾ। ਪੇਨ ਕਿਲਰ ਤੋਂ ਇਲਾਵਾ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ, ਠੀਕ ਹੈ ਨਾ। ਦਰਦਾਂ ਇੰਨੀਆਂ ਹੁੰਦੀਆਂ, ਇਹ 1 ਮਹੀਨਾ ਖਾਣ ਤੋਂ ਬਾਅਦ ਉਹਨਾਂ ਦੀਆਂ ਦਰਦਾਂ ਦੀਆਂ ਗੋਲੀਆਂ ਵੀ ਹੌਲੀ ਹੌਲੀ ਸਲੋਲੀ ਬੰਦ ਹੋ ਜਾਂਦੀਆਂ ਹੈਗੀਆਂ। ਇਹ ਖੁਦ ਐਨਰਜੀ ਦਿੰਦੀ ਬੋਡੀ ਦੇ ਵਿੱਚ, ਠੀਕ ਹੈ ਨਾ। ਅਰਥਰਾਈਟਿਸ ਦੇ ਵੀ ਕਾਫੀ ਪੇਸ਼ੈਂਟ ਜਿਹੜੇ ਬੈੱਡ 'ਤੇ ਸੀਗੇ, ਪੈਰਾਲਾਈਸਿਸ ਦੇ ਵਿੱਚ ਬਹੁਤ ਅੱਛਾ ਇਹ ਕੰਮ ਕਰਦਾ ਹੈਗਾ। ਪੈਰਾਲਾਈਸਿਸ ਜਦੋਂ ਐਸੇ ਪੇਸ਼ੈਂਟ ਜਿਹੜੇ ਬਿਲਕੁਲ ਆਪਣੇ ਟੋਇਲਟ ਬਾਥਰੂਮ ਜਾਣ ਜੋਗੇ ਵੀ ਨਹੀਂ ਸੀਗੇ, ਲੱਤ ਬਾਂਹ ਨਹੀਂ ਹਿਲਾ ਸਕਦੇ ਸੀਗੇ, ਫੇਸ ਦੇ ਉਹਨਾਂ ਨੂੰ ਪੈਰਾਲਾਈਸਿਸ ਸੀਗਾ, ਉਹ ਸਾਰੇ ਇਹਦੇ ਨਾਲ, ਕਿਉਂਕਿ ਇਹਨੇ ਜਦੋਂ ਤੁਹਾਡੇ ਬਲੱਡ ਦੇ ਵਿੱਚ ਐਂਟਰ ਕਰਨਾ ਹੈਗਾ, ਇਹਨੇ ਉਸ ਸੈੱਲਸ ਨੂੰ ਐਕਟੀਵੇਟ ਕਰਨਾ ਹੈ ਜਿਹਦੇ ਕਰਕੇ ਬਿਮਾਰੀ ਹੋਈ ਹੈ। ਉਹਦੀ ਜਗ੍ਹਾ ਸਟੈਮ ਸੈੱਲ ਨੇ ਲੈ ਲੈਣੀ ਹੈਗੀ ਹੈ। ਜਦੋਂ ਉਹਨੇ ਜਗ੍ਹਾ ਲੈ ਲਈ ਅਤੇ ਉਹਨੇ ਐਕਟੀਵੇਟ ਹੋ ਗਿਆ ਤਾਂ ਉਹ ਬਿਮਾਰੀ ਉਸ ਤੋਂ ਬਾਅਦ ਉਹ ਤੁਹਾਡਾ ਜਿਹੜਾ ਬੋਡੀ ਦਾ ਔਰਗਨ ਹੈ ਰੀਜਨਰੇਟ ਹੋ ਜਾਂਦਾ ਹੈ, ਰੀਐਕਟੀਵੇਟ ਹੋ ਜਾਂਦਾ ਹੈ। ਹਾਰਟ ਦੀ ਤੁਸੀਂ ਗੱਲ ਕੀਤੀ, ਹਾਰਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਆ। ਅਤੇ ਅੱਜ ਕੱਲ੍ਹ ਤਾਂ ਕਹਿਣਾ ਨਹੀਂ ਚਾਹੀਦਾ ਵੀ ਅਸੀਂ ਕਈ ਵਾਰੀ ਖਬਰਾਂ ਵੀ ਇਹੋ ਜਿਹੀਆਂ ਸੁਣਦੇ ਹਾਂ ਵੀ ਵੱਡੇ ਵੱਡੇ ਐਕਟਰਸ ਜਿਹੜੇ ਨੇ ਇੱਕੋ ਦਮ ਪਤਾ ਨਹੀਂ ਲੱਗਿਆ ਹਾਰਟ ਫੇਲੀਅਰ, ਇੱਕੋ ਦਮ ਹੀ ਕੁਛ ਵੀ ਨਹੀਂ ਪਤਾ ਲੱਗਦਾ। ਕੋਈ ਐਕਸਰਸਾਈਜ਼ ਕਰਦਾ ਪਿਆ ਸੀ, ਕੋਈ ਨੋਰਮਲੀ ਤੁਰਦਾ ਪਿਆ ਸੀ, ਵੀਡੀਓਜ਼ ਵੀ ਦੇਖਦੇ ਹਾਂ ਅਸੀਂ ਵੀ ਬੰਦਾ ਆਰਾਮ ਨਾਲ ਘਰੋਂ ਬਾਹਰ ਨਿਕਲਿਆ ਹੁੰਦਾ, ਆਰਾਮ ਨਾਲ ਤੁਰ ਹੀ ਰਿਹਾ ਹੁੰਦਾ, ਉਸੇ ਟਾਈਮ ਡਿੱਗ ਜਾਂਦਾ, ਉਸੇ ਟਾਈਮ ਹੀ ਖਤਮ ਹੋ ਜਾਂਦਾ। ਜੀ ਬਿਲਕੁਲ। ਦੇਖੋ ਉਹਦੇ ਲਈ ਵੀ ਕੀ ਹੈ, ਸਾਡਾ ਡਾਈਟ ਦੇ ਵਜ੍ਹਾ ਨਾਲ ਜਾਂ ਸਾਡੀ ਲੈਕ ਆਫ ਐਕਸਰਸਾਈਜ਼, ਇਹਨਾਂ ਚੀਜ਼ਾਂ ਵਜ੍ਹਾ ਨਾਲ ਸਾਡਾ ਹਾਰਟ ਦੇ ਮਸਲ ਵੀ ਪੂਅਰ ਹੋ ਜਾਂਦੇ ਆ। ਮੈਂ ਤੁਹਾਨੂੰ ਦੱਸਿਆ ਨਾ ਸਾਡੀ ਬੋਡੀ 200 ਤਰ੍ਹਾਂ ਦੇ ਮਸਲ ਹੈ। ਸਟੈਮ ਸੈੱਲ ਜਾ ਕੇ ਉਹਦੇ ਹਾਰਟ ਮਸਲ ਦੀ ਜਗ੍ਹਾ ਲੈ ਲੈਂਦੀ, ਜਿਹੜੇ ਮਸਲ ਪੂਅਰ ਹੈਗੇ ਉਹਨੂੰ ਰੀਐਕਟੀਵੇਟ ਕਰਦੀ ਹੈਗੀ ਹੈ। ਜਿਹੜਾ ਅੰਦਰ ਕੋਲੈਸਟਰੋਲ ਵਗੈਰਾ ਜਮ੍ਹਾਂ ਹੈਗਾ, ਦੇਖੋ ਹਾਰਟ ਅਟੈਕ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਨਾੜੀਆਂ ਦੇ ਵਿੱਚ ਕੋਲੈਸਟਰੋਲ ਜੰਮ ਗਿਆ। ਇਹਨੇ ਕੋਲੈਸਟਰੋਲ ਨੂੰ ਖਤਮ ਕਰਨਾ ਹੈਗਾ। ਇਹਦੇ ਵਿੱਚ ਨਾਲ ਦੇਖੋ ਜਿਹੜੀ ਓਮੇਗਾ 3, ਓਮੇਗਾ 6, 7, 9 ਇਹ ਹਾਰਟ ਦੇ ਲਈ ਇੰਨੀ ਕਿ ਮਾਰਵਲਸ ਚੀਜ਼ ਹੈਗੀ ਨਾ। ਖੂਨ ਨੂੰ ਬਿਲਕੁਲ ਪਤਲਾ, ਜਿੱਦਾਂ ਨਹੀਂ ਹੁੰਦਾ ਆਪਾਂ ਗੱਡੀ ਦਾ ਤੇਲ ਚੇਂਜ ਕਰਦੇ ਹੈਗੇ ਆ, ਉਸ ਤਰ੍ਹਾਂ ਹੀ ਤੇਲ ਚੇਂਜ ਕਰਨ ਵਾਲਾ ਕੰਮ ਹੈ, ਠੀਕ ਹੈ ਨਾ। ਜਦੋਂ ਤੁਹਾਡਾ ਖੂਨ ਪਤਲਾ ਹੋ ਜਾਏਗਾ, ਕਦੇ ਤੁਹਾਨੂੰ ਹਾਰਟ ਦੀ ਸਮੱਸਿਆ ਨਹੀਂ ਹੋ ਸਕਦੀ।
ਅਸੀਂ ਕਦੇ ਹਾਰਟ ਦਾ ਲਿਪਿਡ ਪ੍ਰੋਫਾਈਲ ਇੱਕ ਟੈਸਟ ਹੁੰਦਾ ਉਹ ਜ਼ਰੂਰ ਕਰਵਾ ਲੈਣਾ ਚਾਹੀਦਾ। ਉਹਦੇ ਨਾਲ ਪਤਾ ਲੱਗਦਾ ਰਹਿੰਦਾ ਵੀ ਤੁਹਾਡੇ ਹਾਰਟ ਦੀ ਕੀ ਕੰਡੀਸ਼ਨ ਹੈ। ਪੇਸ਼ੈਂਟ ਦਾ ਕੋਲੇਸਟ੍ਰੋਲ 600 400 500 ਤੱਕ ਪਹੁੰਚਿਆ ਹੁੰਦਾ। ਉਧਰ ਦੇ ਸਵੇਰੇ ਬਟਰ ਖਾ ਰਹੇ ਨੇ, ਪਰੌਂਠੇ ਖਾ ਰਹੇ ਨੇ। ਤੋਂ ਭਾਜੀ ਇਹ ਚੀਜ਼ਾਂ ਦਾ ਵੀ ਨਾਲ ਸਾਨੂੰ ਡਾਈਟ ਦਾ ਖਿਆਲ ਰੱਖਣਾ ਪਏਗਾ ਤੇ ਨਾਲ ਇਹ ਦਵਾਈ ਤਾਂ ਅੰਮ੍ਰਿਤ ਵਾਲਾ ਹੀ ਕੰਮ ਕਰਦੀ ਹੈਗੀ ਹੈ ਜੀ। ਬਲੱਡ ਪ੍ਰੈਸ਼ਰ ਦੇ ਵਿੱਚ ਅੱਜ ਕੱਲ੍ਹ ਹਰ ਚੌਥੇ ਬੰਦੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈਗਾ। ਬਲੱਡ ਪ੍ਰੈਸ਼ਰ ਜਿਹੜਾ ਬੰਦਾ 3 ਮਹੀਨੇ ਸਾਡੀ ਇਹ ਦਵਾਈ ਲਗਾਤਾਰ ਖਾ ਲੇਗਾ ਉਹਦੀ ਸਲੋਲੀ ਮੈਡੀਸਨ ਦੀ ਜਿਹੜੀ ਆਪਣਾ ਕੁਆਂਟੀਟੀ ਉਹ ਘਟਣੀ। ਜੇ 50 mg ਖਾਂਦਾ 25 mg ਹੋ ਜੂਗੀ, 10 mg ਖਾਂਦਾ 5 mg ਹੋ ਜੂਗੀ। ਤੇ ਸਾਡੇ ਹਿਸਾਬ ਦੇ ਨਾਲ ਅਗਰ ਡਾਈਟ ਖਾਏਗਾ ਤਾਂ ਉਹਦੀ ਉਹ ਗੋਲੀ ਬੰਦ ਵੀ ਹੋ ਸਕਦੀ ਹੈ। ਮਤਲਬ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਰੈਗੂਲਰ ਉੱਠ ਕੇ ਗੋਲੀ ਖਾਣੀ ਪੈਂਦੀ ਆ ਉਹ ਖਤਮ ਜੇ ਸਹੀ ਤਰੀਕੇ ਨਾਲ ਖਾਂਦਾ ਤਾਂ ਉਹ ਬੰਦ ਹੋ ਜਾਏਗੀ। ਬਿਲਕੁਲ ਬਿਲਕੁਲ। ਦੇਖੋ ਉਹ ਇਲਾਜ ਥੋੜੀ ਹੈਗਾ ਯਾਰ। ਇੱਕ ਦਿਨ ਦੀ ਇੱਕ ਦਿਨ ਤੁਸੀਂ 20 ਸਾਲ ਦਵਾਈ ਖਾ ਲਈ ਹੈ, 20 ਸਾਲ ਇੱਕ ਦਿਨ ਬਾਅਦ ਉਦੋਂ ਦਵਾਈ ਨਹੀਂ ਖਾਧੀ ਅਗਲੇ ਦਿਨ ਫਿਰ ਵੱਧ ਜਾਣਾ। ਉਹ ਤਾਂ ਆਪਣੀ ਡੇਲੀ ਦੀ ਡੋਜ਼ ਹੈਗੀ ਹੈ, ਠੀਕ ਹੈ ਨਾ। ਪਰ ਇਹਨੇ ਪੱਕਾ ਇਲਾਜ ਕਰਨਾ ਹੈਗਾ। ਇਹ ਜਿਹਨੇ 1 ਸਾਲ ਲਗਾਤਾਰ ਖਾ ਲਈ ਨਾ, ਦੇਖੋ ਕੁਝ ਪੇਸ਼ੈਂਟ ਹੈ ਸਾਡੇ ਕੋਈ ਬਿਮਾਰੀ ਦੇ ਕਰਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਉਹ ਹੁਣ ਕਹਿ ਰਹੇ ਵੀ ਡਾਕਟਰ ਸਾਹਿਬ ਅਸੀਂ ਇਹਨੂੰ ਕੰਟੀਨਿਊ ਕਰ ਸਕਦੇ ਹਾਂ। ਅਸੀਂ ਕਿਹਾ ਕਰੋ, ਇਟਸ ਅ ਪਾਰਟ ਆਫ ਡਾਈਟ। ਤੁਹਾਨੂੰ ਜ਼ਿੰਦਗੀ 'ਚ ਕੋਈ ਜਲਦੀ ਬਿਮਾਰੀ ਨਹੀਂ ਲੱਗੇਗੀ, ਠੀਕ ਹੈ ਨਾ। ਪੂਰੀ ਲੰਬੀ ਉਮਰ ਭੋਗ ਕੇ ਜਾਓਗੇ ਕਿਉਂਕਿ ਆਮ ਤੌਰ 'ਤੇ ਬਿਮਾਰੀਆਂ ਦੇ ਕਰਕੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਹਾਰਟ ਅਟੈਕ ਹੋ ਰਹੇ ਨੇ। 25-25 ਸਾਲ ਦੀ ਉਮਰ ਦੇ ਵਿੱਚ ਕਿਡਨੀ ਫੇਲੀਅਰ ਹੋ ਰਹੇ ਨੇ। 12-12 ਸਾਲ ਦੇ ਬੱਚਿਆਂ ਨੂੰ ਡਾਇਬਟੀਜ਼ ਹੋ ਰਹੀ ਹੈ, ਠੀਕ ਹੈ ਨਾ। ਬਲੱਡ ਪ੍ਰੈਸ਼ਰ, ਹਾਰਟ ਡਿਜ਼ੀਜ਼, ਅੱਜ ਕੱਲ੍ਹ ਹਾਰਟ ਅਟੈਕ ਦੀਆਂ ਹੁਣ ਸਰਦੀਆਂ ਆ ਗਈਆਂ, ਹਾਰਟ ਅਟੈਕ ਦੇ ਕੇਸਿਸ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ ਹਨ, ਠੀਕ ਹੈ ਨਾ। ਸੋ ਇਹਦੇ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਬਿਮਾਰੀ ਤੋਂ ਪਹਿਲਾਂ ਇਲਾਜ ਕਰੋ, ਬਿਮਾਰੀ ਤੋਂ ਬਾਅਦ ਕਈ ਵਾਰੀ ਸਾਨੂੰ ਟਾਈਮ ਨਹੀਂ ਲੱਗਦਾ। ਇਹ ਬਿਮਾਰੀ ਤੋਂ ਪਹਿਲਾਂ ਦੇ ਇਲਾਜ ਹੈ। ਇਹ ਤੁਸੀਂ ਖਾਂਦੇ ਰਹੋਗੇ ਤੁਹਾਡੇ ਸਰੀਰ ਦੇ ਵਿੱਚ ਕੋਈ ਸਮੱਸਿਆ ਨਹੀਂ ਆਏਗੀ। ਤੁਹਾਡਾ ਸਰੀਰ ਸਟਰੋਂਗ ਹੈ, ਤੁਹਾਡਾ ਮਨ ਪ੍ਰਸੰਨ ਰਹੇਗਾ। ਤੁਹਾਡੀ ਜੇਬ 'ਚ ਪੈਸਾ ਹੈ ਨਹੀਂ ਹੈ, ਤੁਸੀਂ ਬਹੁਤ ਖੁਸ਼ ਮਹਿਸੂਸ ਕਰੋਗੇ। ਉਧਰ ਤੁਸੀਂ ਬਿਮਾਰ ਹੋ, ਅੰਦਰ 2 ਕਰੋੜ ਰੁਪਈਆ ਪਿਆ, ਉਹ ਤੁਹਾਨੂੰ ਚੰਗਾ ਨਹੀਂ ਲੱਗਣਾ ਵੀ ਨਹੀਂ ਯਾਰ ਪੈਸੇ ਦਾ ਮੈਂ ਕੀ ਕਰਨਾ, ਮੇਰਾ ਸਰੀਰ ਹੀ ਠੀਕ ਨਹੀਂ ਹੈਗਾ। ਸੋ ਸਭ ਤੋਂ ਪਹਿਲਾ ਸੁੱਖ ਨਿਰੋਗੀ ਕਾਇਆ, ਸਰੀਰ ਠੀਕ ਹੋਣਾ ਚਾਹੀਦਾ ਜੀ। ਮਤਲਬ ਹਰ ਵੇਲੇ ਅਸੀਂ ਇਹ ਧਿਆਨ ਦਿੰਦੇ ਰਹਿੰਦੇ ਆ ਵੀ ਪੈਸੇ ਕਮਾ ਲਈਏ, ਇਹ ਕੰਮ ਕਰ ਲਈਏ, ਉਹ ਕੰਮ ਕਰ ਲਈਏ, ਪਰ ਐਂਡ ਆਫ ਦਾ ਡੇ ਸਾਡਾ ਸਰੀਰ ਹੀ ਨਾਲ ਰਹਿਣਾ। ਜੇ ਸਰੀਰ ਨਾ ਸਹੀ ਹੋਇਆ ਤਾਂ ਉਹ ਪੈਸਾ ਕਮਾਇਆ ਉਹ ਕਬੜਾਂ ਦੇ ਵਿੱਚ ਹੀ ਰਹਿ ਜਾਣਾ, ਮਤਲਬ ਅਲਮਾਰੀਆਂ ਦੇ ਵਿੱਚ ਹੀ ਰਹਿ ਜਾਣਾ। ਬਿਲਕੁਲ ਜੀ। ਦੇਖੋ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਹਰੇਕ ਦਰਸ਼ਕ ਨੂੰ ਕਹਿਣਾ ਚਾਹੁੰਦਾ, ਜਿਹੜਾ ਪੇਸ਼ੈਂਟਸ ਡਾਇਬਟੀਜ਼ ਦੇ ਹੈ, ਬਲੱਡ ਪ੍ਰੈਸ਼ਰ ਦੇ, ਥਾਇਰਾਇਡ ਦੇ, ਹਾਰਟ ਦੇ, ਕਿਉਂਕਿ ਇਹ ਬਿਮਾਰੀਆਂ ਤਾਂ ਤਕਰੀਬਨ ਚੱਲਦੀਆਂ, ਉਹਨਾਂ ਨੂੰ ਇਹਦੇ ਨਾਲ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਜਿਹੜੀਆਂ ਉਹ ਬਿਮਾਰੀਆਂ ਦੇ ਨਾਲ ਤੁਹਾਨੂੰ ਨੁਕਸਾਨ ਹੋਣੇ ਆ ਉਹਨੂੰ ਸਿਰਫ ਇੱਕ ਸਟੈਮ ਸੈੱਲ ਹੀ ਸੇਵ ਕਰ ਸਕਦਾ ਹੈ, ਹੋਰ ਕੋਈ ਦੁਨੀਆ ਦੇ ਵਿੱਚ ਤਾਕਤ ਨਹੀਂ ਹੈਗੀ। ਕਿਉਂਕਿ ਤੁਸੀਂ ਦਵਾਈਆਂ ਖਾਈ ਜਾਣੀਆਂ, ਡੇ ਬਾਏ ਡੇ ਤੁਹਾਡੀ ਦਵਾਈਆਂ ਦੀ ਮਾਤਰਾ ਵਧੀ ਜਾਣੀ ਹੈ। 25 mg ਖਾਂਦੇ ਹੋ, ਇੱਕ ਟਾਈਮ ਤੋਂ ਬਾਅਦ 50 mg ਹੋ ਜਾਣੀ ਹੈ।